ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਘਨਨ ਕੇ ਨਾਸ਼ਕ ਵਿਘਨਨ ਸ਼੍ਰੀ ਹਰਿਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਿਸਾਲਾ ਤਰੋਂ ਤਰਾ ਪਰ ਪੁਨ ਸੀਸਾ ਪੁਨ ਪੁਨ ਮੰਦੋਂ ਬਾਰ ਬਾਰ ਜਗਦੀਸ਼ਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਈ। ਵਾਹਿਗੁਰੂ ਜੀ ਕੀ ਫਤਿਹ ਹੈ ਬਿਨਾਸਨ ਸੋਈ। ਵਾਹਿਗੁਰੂ ਜੀ ਕੀ ਫਤਿਹ ਹੈ ਬਿਨਾਸਨ ਸੋਈ। ਦੋਹਰਾ ਸ੍ਰੀ ਮੁਖ ਤੇ ਕਹਿ ਪੁਨ ਸਮਝਾਇਓ ਹਮ ਨੇ ਉੱਤਮ ਪੰਥ ਚਲਾਇਓ। ਲੋਕ ਪਰਲੋਕ ਬਿਖੈ ਸੁਖਦਾਇਕ ਰਾਜ ਤੇਜ ਜੁਤ ਹਵੈ ਰਿਪਕਾਇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾ ਸਰਵਣ ਕਰ ਰਹੇ ਹਾਂ ਜਦੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਮਦਮਾ ਸਾਹਿਬ ਤਲਵੰਡੀ ਵਿਖੇ ਵਿਰਾਜਮਾਨ ਹਨ ਔਰ ਅਨੇਕਾਂ ਸਿੱਖ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਦੀਆਂ। ਭੁੱਚੋ ਮੰਡੀ ਵਾਲੇ ਵੀ ਸਤਿਗੁਰਾਂ ਨੂੰ ਮਿਲਣ ਵਾਸਤੇ ਆਉਂਦੇ ਹਨ। ਭੁੱਚੋ ਦੇ ਨੇੜੇ ਰਹਿਣ ਵਾਲਾ ਦਿਆਲਦਾਸ ਜੋ ਭਾਈ ਭਗਤੂ ਦਾ ਪੁੱਤਰ ਹੈ, ਇੱਕ ਦਿਨ ਮਿਲਣ ਵਾਸਤੇ ਆਇਆ। ਸਤਿਗੁਰਾਂ ਨੇ ਬੜਾ ਸਤਿਕਾਰ ਕੀਤਾ, ਪਿਆਰ ਦਿੱਤਾ ਤੇ ਨਾਲ ਹੀ ਬਚਨ ਕੀਤਾ ਕਿ ਦਿਆਲਦਾਸ ਤੂੰ ਸਾਡੇ ਕੋਲੋਂ ਅੰਮ੍ਰਿਤ ਦੀ ਖੰਡੇ ਦੀ ਪਹੁ ਲੈ ਲਾ ਤੇ ਹੁਣ ਮਸੰਦਗੀ ਛੱਡ ਦੇ। ਮਸੰਦ ਦਾ ਕੰਮ ਹੁੰਦਾ ਹੈ ਸੰਗਤਾਂ ਦਾ ਪੈਸਾ ਇਕੱਠਾ ਕਰਕੇ ਲਿਆ ਕੇ ਗੁਰਾਂ ਨੂੰ ਦੇਣਾ ਔਰ ਪ੍ਰਚਾਰ ਕਰਨਾ। ਪ੍ਰਚਾਰ ਕਰਨਾ ਤਾਂ ਠੀਕ ਹੈ, ਪਰ ਕਈ ਵਾਰੀ ਜਿਹੜਾ ਦਸਵਾਂ ਦਸਾਉਣ ਦਾ ਪੈਸਾ ਲੈ ਕੇ ਆਉਂਦੇ ਸੀਗੇ ਉਹਦੇ ਵਿੱਚੋਂ ਰਸਤੇ ਵਿੱਚ ਹੀ ਲਾਲਚ ਕਰਕੇ ਕੁੰਡੀ ਲਾ ਲੈਂਦੇ, ਉਹਦਾ ਫਿਰ ਨੁਕਸਾਨ ਹੁੰਦਾ ਪਰਿਵਾਰ ਦਾ। ਦਿਆਲਦਾਸ ਨੂੰ ਕਿਹਾ ਤੂੰ ਅੰਮ੍ਰਿਤ ਛਕ ਲੈ। ਦਿਆਲਦਾਸ ਨੇ ਜਵਾਬ ਦੇ ਦਿੱਤਾ। ਦੂਜੀ ਵਾਰ ਪਾਤਸ਼ਾਹ ਨੇ ਫਿਰ ਸਮਝਾਇਆ ਅਸੀਂ ਖਾਲਸਾ ਪੰਥ ਸਾਜਿਆ, ਹੁਣ ਤੂੰ ਇਹਦੇ ਵਿੱਚ ਪ੍ਰਵੇਸ਼ ਕਰ ਜਾ। ਕਹਿੰਦਾ ਛੱਡੋ ਜੀ, ਸਾਡੇ ਬਜ਼ੁਰਗ ਪਿਛਲੇ ਸਮਿਆਂ ਤੋਂ ਤੁਹਾਡੇ ਸਿੱਖ ਹੀ ਆ, ਪਹਿਲੇ ਗੁਰੂਆਂ ਦੇ ਸਮੇਂ ਤੋਂ ਮੈਂ ਵੀ ਉਵੇਂ ਰਹਿਣਾ ਠੀਕ ਸਮਝਦਾ ਹਾਂ। ਤੀਜੀ ਵਾਰ ਪਾਤਸ਼ਾਹ ਫਿਰ ਇਸ ਨੂੰ ਕਹਿੰਦੇ ਆ ਤੇ ਕੀ ਕਹਿੰਦੇ ਆ ਤੇ ਸਤਿਗੁਰੂ ਕੀ ਕਹਿੰਦੇ ਆ। ਆਓ ਅਗਲੀ ਕਥਾ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਮੁਖ ਤੇ ਕਹਿ ਪੁਨ ਸਮਝਾਇਓ ਹਮ ਨੇ ਉੱਤਮ ਪੰਥ ਚਲਾਇਓ। ਧਿਆਨ ਦਿਓ, ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਦਿਆਲਦਾਸ ਅਸੀਂ ਇੱਕ ਉੱਤਮ ਪੰਥ ਸਾਜਿਆ ਹੈ। ਲੋਕ ਪਰਲੋਕ
ਬਿਖੈ ਸੁਖਦਾਇਕ, ਰਾਜ ਜੀ ਤੇਜ ਜੁਤ ਹੋਵੈ ਰਿਪਕਾਇਕ। ਔਰ ਤੂੰ ਵੀ ਸਾਡੇ ਇਸ ਜਹਾਜ਼ੇ ਚੜ੍ਹ ਜਾ, ਇਸ ਪੰਥ ਵਿੱਚ ਰਲ ਜਾ। ਇਸ ਜਹਾਜ਼ ਪਰ ਚੜ੍ਹੈ ਜੋ ਆਈ, ਕੀਟੀ ਤੇ ਗਯੰਦ ਬਨ ਜਾਈ। ਔਰ ਸਾਡਾ ਇਹ ਪੰਥ ਜੇ ਤੂੰ ਗ੍ਰਹਿਣ ਕਰ ਲਵੇਂ, ਭਾਵ ਅਮਰ ਦੀ ਦਾਤ ਪ੍ਰਾਪਤ ਕਰਕੇ ਸਿੰਘ ਸਾਜਾਵੇਂ, ਤਾਂ ਲੋਕ ਤੇ ਪਰਲੋਕ ਦੇ ਵਿੱਚ ਅਸੀਂ ਸਹਾਇਤਾ ਵੀ ਕਰਾਂਗੇ ਔਰ ਸੰਸਾਰ ਦੇ ਵਿੱਚ ਰਾਜ ਤੇਜ ਪ੍ਰਤਾਪ ਵੀ ਵੱਧਦਾ ਹੈ। ਗੁਰੂ ਪਿਆਰਿਓ, ਵਾਕਿਆ ਹੀ ਖਾਲਸੇ ਦਾ ਜਾਹੋ ਜਲਾਲ ਹੀ ਅਲੱਗ ਹੈ। ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਤੋਂ ਵੀ ਕਈ ਡਰਦੇ ਆ, ਕੋ ਸਤਨਾਮ ਇਹ ਭਜਨ ਬੰਦਗੀ ਜਾਹੋ ਜਲਾਲ ਹੈ ਨਾ ਖਾਲਸਾ ਪੰਥ ਦਾ। ਤੋ ਕਹਿਣ ਤੋਂ ਭਾਵ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਕੋਈ ਸਾਡਾ ਇਹ ਅਮਰਦਾਤ ਪ੍ਰਾਪਤ ਕਰ ਲਵੇ, ਉਸ ਦਾ ਜਾਹੋ ਜਲਾਲ ਵੱਧ ਜਾਂਦਾ ਹੈ ਔਰ ਉਹ ਸੰਸਾਰ ਦੇ ਵਿੱਚ ਸੁੱਖ ਵੀ ਭੋਗਦਾ ਹੈ, ਰਾਜ ਵੀ ਭੋਗਦਾ ਹੈ, ਦੁਸ਼ਮਣਾਂ ਦਾ ਵੀ ਖਾਤਮਾ ਹੋ ਜਾਂਦਾ ਹੈ ਤੇ ਸਾਡੇ ਜਹਾਜ਼ੇ ਚੜ੍ਹ ਕੇ ਕੀੜੀ ਤੋਂ ਹਾਥੀ ਬਣ ਜਾਂਦਾ, ਭਾਵ ਕਮਜ਼ੋਰ ਤਾਕਤਵਰ ਹੋ ਜਾਂਦਾ ਹੈ। ਸਿਆਲ ਸਮਝ ਸਭ ਤੇ ਡਰੈ, ਬਨੈ ਸਿੰਘ ਸਿੰਘ ਨਾਮ ਸੋ ਧਰੈ। ਔਰ ਜਦੋਂ ਅਸੀਂ ਉਸ ਦਾ ਸਿੰਘ ਨਾਮ ਧਰ ਦਿੰਦੇ ਹਾਂ, ਜਿਹੜੇ ਗਿੱਦੜਾਂ ਵਰਗੇ ਭਾਵ ਕਮਜ਼ੋਰ ਡਰਨ ਵਾਲੇ ਉਹ ਸਿੰਘ ਸੱਜ ਜਾਂਦੇ ਹਨ, ਸ਼ੇਰ ਬਣ ਜਾਂਦੇ ਹਨ। ਜਿਸ ਤਰ੍ਹਾਂ ਭਾਈ ਦਇਆ ਸਿੰਘ ਨੂੰ ਸੱਦਿਆ, ਜਿਸ ਵੇਲੇ ਪਾਤਸ਼ਾਹ ਨੇ ਸ੍ਰੀ ਸਾਹਿਬ ਕੱਢ ਕੇ ਵਿਸਾਖੀ ਦੇ ਦਿਹਾੜੇ 'ਤੇ ਕਿਹਾ ਕਿ ਮੈਨੂੰ ਇੱਕ ਸਿਰ ਚਾਹੀਦਾ, ਤੇ ਵਾਰ-ਵਾਰ ਸਿੰਘ ਆਉਣੇ ਸ਼ੁਰੂ ਹੋਏ। ਭਾਈ ਦਇਆ ਸਿੰਘ ਜੀ ਆਏ। ਕਿੱਥੋਂ ਆਏ ਆ ਭਾਈ? ਮਹਾਰਾਜ ਜੀ ਲਾਹੌਰ ਤੋਂ। ਅੱਛਾ, ਕੌਣ ਆ ਤੂੰ? ਕਹਿੰਦਾ ਜੀ ਮੈਂ ਖੱਤਰੀ। ਅੱਛਾ, ਤੇ ਫਿਰ ਤੈਨੂੰ ਤਲਵਾਰ ਤੋਂ ਡਰ ਨਹੀਂ ਲੱਗਦਾ? ਮਹਾਰਾਜ ਡਰ ਤਾਂ ਬਹੁਤ ਲੱਗਦਾ। ਕਹਿੰਦੇ यात हमारी खतरी हम तो तोलन जाने, तकड़ी चिड़ी उड़े तो हम डर जाएं। तो गुरु प्यारिओ, उस वेले फिर पातशाह ने कहा, असी 1.25 लाख से एक लड़ाऊं तवे गोबिंद सिंह नाम कहाऊं। तू कहना डरदा मैं, आ तैनों दसदा हाँ। फिर दया सिंह जी नूं स्टेज ते लै गए, सीस कटिया। वार वार 5 सिंह आए, उन्होंने सीस धड़ नालों जुदा कर दिते। फिर पातशाह ने आप बैठ के बाटा तैयार किया अंबर का। फिर उन्होंने पंजां दे मुख दे विच चूले पाए अंबर दे। फिर जिस वेले वो सिंह गुरु प्यारो दोबारा सरजीत करके स्टेज ते खड़ाए तो सारे हैरान हो गए भी आह कैसी घटना, ये तो बड़े सुंदर लगन लग पे। तो जाहो जलाल ही उन्हों का अलग हो गया। तो फिर सारे कहते जी साडा भी सिर कट लो, साडा भी कट लो। पातशाह कहते हुण तां 5 ही चाहिए सी, कोई गल नहीं, तुहाडे जंगां विच लवांगे सिर, तुसीं इन्हां दे कोलों अमृत छक के सचियारे बन जाओ। ये तो मेरे 5 प्यारे होए। तो इस करके गुरु प्यारिओ, पातशाह इत्थे दयाल दास नूं कहंदे जिहड़ा साडा अमृत छक लवेगा वो चिड़ी तो शेर बन जाएगा, कीड़ी तो हाथी बन जाएगा, ताकतवर हो जाएगा। तू पी धारण करिए है, रीत मसंदी नाहिन धरिए है। ते अज तो भाई तू भी अमृत छक लै ते जिहड़ा मसंद पुणा है बंद कर दे, क्योंकि असीं मसंद बंद कर दिते हैं। हुण साडी वल्लों किसी दी भी ड्यूटी नहीं लगी हुई बई जाके जनता तो संगतां तो पैसा इकट्ठा करके लियाओ। ये काम बंद करते, तू भी बंद कर दे। वचन हटावन कीना, गुरु बाक पर नहिन पतीना। और दयाल दास दूजी बार फिर कहन लग्या, तीजी बार फिर कहन लग्या, महाराज अब तो कृपा करहु रह ऐसे, पिता पितामा हमरे जैसे। कहना महाराज इदां ही ठीक है, जिवें साडे दादे परदादे तुहाडे सिख तां सीगे, उन्हां ने किहड़ा अमृत छकिया सीगा। हुण अमृत तां 1999 तैयार कीता पातशाह ने। जिमें जिमें रीत बदली आ बाबे नानक तो लैके तिवें तिवें अगले सिख सतगुरां दे मुताबक बदलते आए आ। पर यह कहन लगे आ महाराज इदां ही ठीक है, साडे दादे परदादे जिमें सन। कर गुर सदा पतब दीना, बार बार बच बारन कीना। हुण सतगुरु गुस्से च आ गए। गुस्से च आके कहंदे ओए दयाल दास, असीं तेरे ते किरपा कर लगे सीगे और तैनूं असीं एक शेर बनाउण लगे सी, पर तू साडा 3 वारी बचन मोड़ दिता है। ते नह पाहुल तैं लई, अपर बुद्ध हठ ते डेढ़ कई। तू साडे कोलों अमर दी पाहुल नहीं प्राप्त कीती, असीं तैनूं हत्थीं अमृत छकाउणा सी भाई भगतू दा पोतरा जान के, क्योंकि भाई भगतो 5वें पातशाह दा भाई आ।
ਚੌਥੇ ਪਾਤਸ਼ਾਹ ਜੀ ਨੇ ਬਾਬੇ ਆਦਮ ਦੇ ਘਰ ਭੇਜਿਆ ਹੈ। ਕਹਿੰਦੇ ਭਾਈ ਤੁਹਾਡੀ ਸੇਵਾ ਬਹੁਤ ਹੈ, ਇਸ ਕਰਕੇ ਤੁਹਾਡੇ ਭਾਗਾਂ 'ਚ ਲਿਖਿਆ ਤਾਂ ਨਹੀਂ, ਸਾਡੇ ਜਿਹੜਾ ਚੌਥਾ ਪੁੱਤਰ ਆਉਣਾ ਉਹ ਤੁਹਾਡੇ ਆਵੇਗਾ। ਤੇ ਬਾਬੇ ਆਦਮ ਦੇ ਘਰੇ ਭਾਈ ਭਗਤੂ ਦਾ ਜਨਮ ਹੋਇਆ ਸੀਗਾ। ਤੇ ਇਸ ਭਗਤੂ ਦੇ ਨਾਲ ਜਿਹੜਾ ਭਾਈ ਲਾਇਆ, ਇਹ ਪੰਜਵੇਂ ਪਾਤਸ਼ਾਹ ਨੇ ਲਾਇਆ ਸੀਗਾ, ਕਿਉਂਕਿ ਇਹ ਉਹਨਾਂ ਦੇ ਘਰੋਂ ਉਹਨਾਂ ਦਾ ਭਾਈ ਆ। ਖੈਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੂੰ ਚੰਗਾ ਨਹੀਂ ਕੀਤਾ, ਸਾਡਾ ਬਚਨ ਮੋੜਤਾ, ਅਸੀਂ ਤਾਂ ਤੈਨੂੰ ਹੱਥੀਂ ਅੰਮ੍ਰਿਤ ਛਕਾਉਣਾ ਸੀ, ਪਰ ਤੂੰ ਸਾਥੋਂ ਪਹੁਲ ਨਹੀਂ ਲਈ, ਆਪਣੀ ਛੋਟੀ ਬੁੱਧੀ ਕਰਕੇ। ਨੀਮ ਜਬ ਹੈ ਹਮਾਰੀ ਤਿਨ ਕੇ ਕਰ ਹੈ ਅੰਗੀਕਾਰੀ। ਤੇ ਆਉਣ ਵਾਲੇ ਸਮੇਂ ਵੀ ਸਾਡੇ ਸਿੱਖਾਂ ਤੋਂ ਅੰਮ੍ਰਿਤ ਮੰਗੇਗਾ, ਫਿਰ ਤੈਨੂੰ ਮੰਗਣਾ ਪੈਣਾ, ਮੰਗ ਕੇ ਲੈਣਾ ਪੈਣਾ। ਅੱਜ ਅਸੀਂ ਦਿੰਦੇ ਸੀ। ਕਰ ਦਿਆਲ ਦਾਸ ਭਾ ਮੌਨ, ਕੀਤ ਪਿਚਿਰ ਮਹਿ ਗਮਨਿਓ ਭਾਉਨ। ਹੁਣ ਪਹਿਲੀ ਵਾਰ ਮਿਲਿਆ ਸੀ ਤੇ ਪਹਿਲੀ ਵਾਰ ਹੀ ਬੇਰਸੀ ਜੀ ਹੋ ਗਈ। ਪਾਤਸ਼ਾਹ ਨੇ ਬਚਨ ਕਰਤੇ, ਪਾਤਸ਼ਾਹ ਦੇ ਬਚਨ ਨਹੀਂ ਮੰਨੇ ਗਏ, ਪਾਤਸ਼ਾਹ ਗੁੱਸੇ ਹੋ ਗਏ ਇਹਦੇ ਨਾਲ। ਔਰ ਪਛਤਾਤਾਪ ਜਿਹਾ ਕਰਦਾ, ਪਛਤਾਉਂਦਾ ਜਿਹਾ ਦਿਆਲ ਦਾਸ ਆਪਣੇ ਘਰ ਨੂੰ ਉੱਠ ਕੇ ਚਲਿਆ ਗਿਆ ਹੈ ਜੀ। ਤਾਪ ਕਰਤ ਚਲ ਗਇਓ, ਗੁਰ ਕੇ ਸੰਗ ਬਿਰਸ ਬਹੁ ਭਇਓ। ਅੱਜ ਬੇਰਸੀ ਜੀ ਹੋ ਗਈ ਹੈ। ਬਿਰਸ ਭਾਵ ਬੇਰਸ ਭਾਵ ਕਿੱਥੇ ਖੁਸ਼ੀਆਂ ਲੈ ਕੇ ਜਾਣੀਆਂ ਸੀ ਜੀ ਅੰਮ੍ਰਿਤ ਛਕ ਲੈਂਦਾ, ਪਰ ਜਵਾਬ ਦੇ ਦਿੱਤਾ 3 ਵਾਰੀ, ਇਸ ਕਰਕੇ ਉਦਾਸੀ ਜੀ ਲੈ ਕੇ ਚਲਿਆ ਗਿਆ ਹੈ। ਤੇ ਸ੍ਰੀ ਪ੍ਰਭ ਰੁਖ ਨਾ ਮਿਲਾਇਓ, ਨਹਿ ਸਾਦਰ ਕਬ ਨਿਕਟ ਬਿਠਾਇਓ। ਤਾਂ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿੰਦੇ ਇਹਦੇ ਨਾਲ ਜਿਹੜਾ ਹੈ ਰੁੱਖ ਨਹੀਂ ਮਿਲਾਇਆ, ਭਾਵ ਇਹਦੇ ਨਾਲ ਜਿਹੜਾ ਹੈ ਪਾਤਸ਼ਾਹ ਜੀ ਨੇ ਅੱਖ ਨਹੀਂ ਮਿਲਾਈ, ਭਾਵ ਇਹਦੇ ਉੱਤੇ ਖੁਸ਼ੀ ਜੀ ਖਤਮ ਹੋ ਗਈ ਆ। ਅਬ ਤੇ ਸ੍ਰੀ ਪ੍ਰਭ ਭਗਤੂ ਕਾ ਮਸੰਦ ਤਰ ਨਾਮੋ, ਨਾਹਿਨ ਗਬਨੇ ਇਸ ਤੇਗ ਇਸਕੇ ਧਾਮੋ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਦਾ ਕਾਟਾ ਹੀ ਕੱਟ ਦਿੱਤਾ, ਔਰ ਇਸ ਨੂੰ ਭਗਤੂ ਕਾ ਮਸੰਦ ਹੀ ਕਹਿਣ ਲੱਗ ਪਏ। ਔਰ ਇਹਨੇ ਘਰੇ ਜਾਣ ਲਈ ਬੇਨਤੀ ਕੀਤੀ, ਪਾਤਸ਼ਾਹ ਦੇ ਘਰ ਵੀ ਨਾ ਗਏ। ਭਗਤੂ ਸੁਤ ਗੌਰਾ ਇਕ ਭਇਓ, ਤਿਸ ਤੇ ਦਿਆਲ ਦਾਸ ਉਪਜਿਓ। ਭਾਈ ਭਗਤੂ ਦੇ 2 ਪੁੱਤਰ ਹੋਏ ਹਨ, ਗੌਰਾ ਅਤੇ ਜੀਵਨ। ਇਹ ਗੌਰੇ ਤੋਂ ਅੱਗੇ ਉਹਨਾਂ ਦਾ ਪੋਤਰਾ ਸੀਗਾ। ਇੱਥੇ ਬਠਿੰਡੇ ਵਿੱਚ ਵੀ ਭਾਈ ਗੌਰੇ ਦੀ ਸਮਾਧ ਬਣੀ ਹੋਈ ਆ, ਪਿਛਲੇ ਪਾਸੇ ਨਾ ਕਿਲੇ ਦੇ ਇੱਕ ਜਗ੍ਹਾ ਹੈ ਉਹਨਾਂ ਦੀ, ਇਸ ਇਲਾਕੇ ਦੇ ਵਿੱਚ ਭਾਈ ਗੌਰਾ ਰਹਿੰਦਾ ਰਿਹਾ ਤੇ ਇੱਥੇ ਉਹ ਗੌਰਾ ਜਿਹੜਾ ਹੈ ਉਸਨੇ ਸਰੀਰ ਤਿਆਗਿਆ ਸੀ। ਇਸ ਕਰਕੇ ਖੈਰ ਚਲੋ ਅੱਗੇ ਚੱਲੀਏ। ਗੌਰੇ ਦਾ ਇਹ ਪੋਤਰਾ ਸੀ। ਭਗਤੂ ਸੁਤ ਦੂਸਰ ਭਾ ਜੀਵਨ, ਸ੍ਰੀ ਹਰਿ ਰਾਈ ਨਿਕਟ ਦੀਏ ਜੀਵਨ। ਭਗਤੂ ਦਾ ਪੁੱਤਰ ਭਾਈ ਗੌਰੇ ਦਾ ਪੁੱਤਰ ਸੀਗਾ, ਭਾਈ ਭਗਤੂ ਦਾ ਪੋਤਰਾ ਸੀ, ਤੇ ਦੂਸਰਾ ਪੁੱਤਰ ਸੀ ਭਾਈ ਜੀਵਨ। ਤੇ ਜੀਵਨ ਜਿਹੜਾ ਹੈ ਇਸ ਨੇ 7ਵੇਂ ਪਾਤਸ਼ਾਹ ਸਮੇਂ ਸਰੀਰ ਤਿਆਗਿਆ ਸੀ। ਧਿਆਨ ਦਿਓ ਕਿਉਂ ਤਿਆਗਿਆ। ਪਰ ਪੁੱਤਰ ਕੋ ਤਬੈ ਜਿਵਾਇਓ, ਤਿਸ ਕੋ ਬੰਸ ਅਧਿਕ ਬਿਰਧਾਇਓ। ਤੇ ਜੀਵਨ ਸਿੰਘ ਸਤਿਗੁਰੂ ਹਰਿ ਰਾਏ ਜੀ ਦੀ ਹਜ਼ੂਰੀ 'ਚ ਬੈਠਾ ਸੀ। ਧਿਆਨ ਦਿਓ, ਕਹਿੰਦੇ ਇੱਕ ਦਿਨ ਇੱਕ ਬ੍ਰਾਹਮਣ ਆਇਆ, ਉਸ ਦਾ ਮਰਿਆ ਹੋਇਆ ਪੁੱਤਰ ਸੀ, ਆਪਣੇ ਮਰੇ ਹੋਏ ਬੱਚੇ ਨੂੰ ਲੈ ਕੇ ਆ ਗਿਆ। 7ਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਾ ਕੇ ਕਹਿਣ ਲੱਗਿਆ, ਮਹਾਰਾਜ ਮੇਰਾ ਪੁੱਤਰ ਜਿਉਂਦਾ ਕਰ ਦਿਓ। 7ਵੇਂ ਪਾਤਸ਼ਾਹ ਨੇ ਕਿਹਾ ਵੀ ਨਹੀਂ, ਇਹ ਹੁਣ ਜਿਉਂਦਾ ਨਹੀਂ ਹੋ ਸਕਦਾ ਭਾਈ। ਬਾਰ-ਬਾਰ ਮਿੰਨਤਾਂ ਕਰਨ ਲੱਗਿਆ। ਉਹਦੀਆਂ ਮਿੰਨਤਾਂ ਸੁਣ ਕੇ ਸੰਗਤਾਂ ਨੇ ਵੀ ਕੋਲੋਂ ਉਹਦੀ ਸਾਧੀ ਭਰੀ ਵੀ, ਮਹਾਰਾਜ ਕਰ ਦਿਓ ਕਿਰਪਾ, ਸੋਨੂੰ ਕੀ ਫਰਕ ਪੈਂਦਾ। ਜਦੋਂ ਬਾਰ-ਬਾਰ ਸੰਗਤਾਂ ਨੇ ਕਿਹਾ ਤੇ 7ਵੇਂ ਪਾਤਸ਼ਾਹ ਕਹਿਣ ਲੱਗੇ, ਤੁਸੀਂ ਮੈਨੂੰ ਕਹੀ ਜਾਂਦੇ ਹੋ ਵਾਰ-ਵਾਰ ਜਿਉਂਦਾ ਕਰ ਦਿਓ, ਸੋਡੇ ਵਿੱਚੋਂ ਇਹਦੇ ਥਾਂ ਮਰਨ ਨੂੰ ਤਿਆਰ ਹੈ ਕੋਈ? ਇਹਦੇ ਬਦਲੇ ਜਾਨ ਦੇਣੀ ਪਊਗੀ। ਜਿਵੇਂ 6ਵੇਂ ਪਾਤਸ਼ਾਹ ਨੇ ਆਪਣੇ ਪੁੱਤਰ 8ਵੇਂ ਪਾਤਸ਼ਾਹ ਜੀ ਨੂੰ ਆਪਣੇ ਪੁੱਤਰ ਨੂੰ ਕਿਹਾ ਸੀਗਾ ਕਿ ਜੇ ਤੂੰ ਪੁੱਤਰਾ ਇਹਨਾਂ ਦਾ ਪੁੱਤਰ ਜਿਉਂਦਾ ਕੀਤਾ, ਇਹ ਥਾਂ ਤੇ ਜਾਂ ਤੈਨੂੰ ਮਰਨਾ ਪੈਣਾ, ਜੇ ਫਿਰ ਮੈਂ ਸਰੀਰ ਛੱਡਦਾ। ਤੇ ਉਸ ਵੇਲੇ ਗੁਰੂ ਪਿਆਰਿਓ ਫਿਰ 6ਵੇਂ ਪਾਤਸ਼ਾਹ ਜੀ ਦਾ ਪੁੱਤਰ ਜਿਹੜਾ ਸੀਗਾ ਮਾਈ ਕੌਲਾਂ ਦੇ ਸਰੋਵਰ ਦੇ ਕਿਨਾਰੇ ਤੇ ਜਾ ਕੇ ਸਰੀਰ ਤਿਆਗਤਾ ਸੀਗਾ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਜਿਸ ਵੇਲੇ ਸੰਗਤ ਨੂੰ ਕਿਹਾ ਕਿ ਇਹਦੇ ਥਾਂ ਤੇ ਕੋਈ ਮਰਨ ਨੂੰ ਤਿਆਰ ਹੈ, ਫਿਰ ਸਾਰੇ ਚੁੱਪ ਕਰ ਗਏ। ਕਹਿੰਦੇ ਇਹ ਜਿਉਂਦਾ ਹੋ ਜੂ, ਪਰ ਜੇ ਕੋਈ ਇਹਦੇ ਥਾਂ ਤੇ ਆਪਣਾ ਸਰੀਰ ਤਿਆਗ ਦੇਵੇ। ਹੋਰ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਤੇ ਕਹਿੰਦੇ ਉੱਥੇ ਜੀਵਨ ਸਿੰਘ ਬੈਠਾ ਸੀ, ਇਹ ਭਾਈ ਜੀਵਨ ਭਗਤੂ ਦਾ ਪੁੱਤਰ ਬੈਠਾ ਸੀਗਾ। ਤੇ ਉੱਠ ਕੇ ਥੋੜ੍ਹੀ ਦੂਰੀ ਤੇ ਚਲਿਆ ਗਿਆ ਜੰਗਲ ਵਿੱਚ, ਇੱਕ ਦਰਖਤ ਦੇ ਹੇਠਾਂ ਪੈ ਕੇ ਇਸ ਨੇ ਜਾ ਕਰਕੇ ਸਰੀਰ ਤਿਆਗ ਦਿੱਤਾ। ਜਿਸ ਵੇਲੇ ਕਹਿੰਦੇ ਉਹਨੇ ਸਰੀਰ ਛੱਡ ਦਿੱਤਾ, ਉਧਰ ਉਹ ਸਰੀਰ ਛੱਡ ਗਿਆ ਤੇ ਇੱਧਰ ਇਹ ਜਿਉਂਦਾ ਹੋ ਗਿਆ।
ਜਦੋਂ ਕਹਿੰਦੇ ਉਹਦਾ ਪੁੱਤਰ ਜਿਉਂਦਾ ਹੋ ਗਿਆ ਬ੍ਰਾਹਮਣ ਦਾ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਕਿਹਨੇ ਸਰੀਰ ਛੱਡਤਾ ਆਪਣਾ ਇਹਦੇ ਥਾਂ ਤੇ, ਕੌਣ ਮਰ ਗਿਆ, ਪਤਾ ਕਰੋ। ਸੰਗਤ ਵਿੱਚ ਦੇਖਿਆ ਸਾਰੇ ਬੈਠੇ ਐ, ਮੈਂ ਕਿਹਾ ਜੀਵਨ ਹੈ ਨਹੀਂਗਾ ਭਗਤੂ ਦਾ ਪੁੱਤਰ। ਕਹਿੰਦੇ ਕਿੱਥੇ ਆ, ਵੇਖੋ ਤਾਂ ਪਤਾ ਕਰੋ। ਲੱਭਿਆ ਤਾਂ ਜੰਗਲ ਦੇ ਵਿੱਚ ਇੱਕ ਦਰਖਤ ਹੇਠਾਂ ਲੰਬਾ ਪਿਆ, ਸਰੀਰ ਛੱਡਿਆ ਹੋਇਆ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਪੰਡਤਾ ਤੂੰ ਆਪਦੇ ਪੁੱਤਰ ਪਿੱਛੇ ਸਾਡਾ ਪੁੱਤਰ ਮਾਰ ਦਿੱਤਾ, ਕਹੋ ਸਤਨਾਮ ਸ੍ਰੀ। ਚਲੋ ਖੈਰ ਜੀਵਨ ਸਿੰਘ ਦਾ ਤਾਂ ਸੰਸਕਾਰ ਕਰ ਦਿੱਤਾ, ਪਰ ਇਹ ਜੀਵਨ ਸਿੰਘ ਦੀ ਘਰਵਾਲੀ ਦੇ ਕੋਲ ਬੱਚਾ ਹੋਣ ਵਾਲਾ ਸੀ, ਪੇਟ ਵਿੱਚ ਸੀਗਾ। ਉਹਦਾ ਪੁੱਤਰ ਬਾਅਦ ਵਿੱਚ ਫਿਰ ਜਨਮ ਲੈਂਦਾ ਤੇ ਫਿਰ ਉਸ ਜੀਵਨ ਦੀ ਅੱਗੇ ਵੰਸ਼ ਅੰਸ਼ ਬਹੁਤ ਵਧੀ ਆ। ਇਹ ਜਿਹੜੇ ਭਾਈ ਕੇ ਵੱਜਦੇ ਆ, ਭਾਈ ਬਹਿਲੋ ਕੇ, ਭਾਈ ਭਗਤੂ ਕੇ, ਇਹ ਸਾਰੇ ਜਿਨ੍ਹਾਂ ਦੇ ਨਾਮ ਦੇ ਨਾਲ ਭਾਈ ਲੱਗਦਾ ਨਾ, ਇਹ ਭਾਈ ਭਗਤੂ ਦੀ ਅੰਸ਼ ਵੰਸ਼ ਹੈ ਸਾਰੀ ਗੁਰੂ ਪਿਆਰਿਓ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਪਾਤਸ਼ਾਹ ਜੀ ਕਹਿੰਦੇ ਉਹ ਜੀਵਨ ਦੀ ਅੰਸ਼ ਵੰਸ਼ ਬਹੁਤ ਬੜੀ ਜੀ। ਰਾਮ ਚੱਕ ਤਿਸ ਮਹਿ ਕਰ ਬਾਸਾ, ਸੋ ਚੱਲ ਕਰ ਆਈ ਗੁਰ ਪਾਸਾ। ਹੁਣ ਚੱਕ ਪਿੰਡ ਵਾਲੇ ਗੁਰੂ ਪਿਆਰਿਓ ਉਹਨਾਂ ਦਾ ਵਾਸਾ ਹੈ, ਉਹ ਚੱਲ ਕੇ ਗੁਰੂ ਜੀ ਕੋਲ ਆਉਂਦੇ ਹਨ। ਕੀ ਬਾਹੁਲ ਤਿਨ ਲੀਨੀ, ਤੁਸੀਂ ਗੁਰੂ ਕੀ ਜਿਸ ਵਿਦ ਚੀਨੀ। ਔਰ ਗੁਰੂ ਪਿਆਰਿਓ ਉਹਨਾਂ ਨੇ ਆ ਕੇ ਆਪਣਾ ਗੁਰੂ ਕਾ ਬਖਸ਼ਿਆ ਅਮਰ ਦੀ ਦਾਤ ਪ੍ਰਾਪਤ ਕੀਤੀ ਹੈ। ਜੋ ਗੁਰੂ ਨੇ ਕਿਹਾ ਸੀ ਗੱਲ ਮੰਨ ਲਈ ਆ। ਰਾਮ ਸਿੰਘ ਇੱਕ ਨਾਮ ਤੜਾਇਓ, ਦੂਸਰ ਫਤਿਹ ਸਿੰਘ ਮਨ ਪਾਇਓ। ਔਰ ਉਹਨਾਂ ਦਾ ਪਾਤਸ਼ਾਹ ਨੇ ਨਾਮ ਰੱਖ ਦਿੱਤਾ ਰਾਮ ਸਿੰਘ ਤੇ ਫਤਿਹ ਸਿੰਘ। ਇੱਕ ਮਾਤਾ ਤੇ ਦੋਨੋਂ ਭਾਈ, ਦੋ ਬਿਮਾਤ ਤੇ ਦੇਉ ਬਸਾ ਬਤਾਈ। ਤੋ ਗੁਰੂ ਪਿਆਰਿਓ ਰਾਮ ਸਿੰਘ ਤੇ ਫਤਿਹ ਸਿੰਘ ਇੱਕ ਮਾਂ ਦੇ ਪੁੱਤਰ ਹੈ, ਤੇ ਇੱਕ ਇਹਨਾਂ ਦੀ ਹੋਰ ਮਾਂ ਸੀ, ਭਾਵ ਇਹਨਾਂ ਦੇ ਬਾਪੂ ਦੀਆਂ ਦੋ ਸ਼ਾਦੀਆਂ ਸੀਗੀਆਂ। ਬੇਮਾਤ ਹੁੰਦੀ ਆ ਦੂਸਰੀ ਮਾਤਾ, ਮਤਰੀ ਮਾਤਾ ਨੂੰ ਬੇਮਾਤ ਕਿਹਾ ਗਿਆ ਇੱਥੇ। ਤਾਂ ਦੂਸਰੀ ਮਾਤਾ ਤੋਂ ਵੀ ਦੋ ਪੁੱਤਰ ਹੋਏ ਹਨ। ਤਖਤੂ ਸਿੰਘ ਅਰ ਤਖਤੂ ਸਿੰਘ, ਸੁਤ ਜੀਵਨ ਚਾਰੋਂ ਜਨ ਜੇ ਸਿੰਘ। ਇਹ ਚਾਰ ਪੁੱਤਰ ਭਾਈ ਜੀਵਨ ਦੇ ਹਨ। ਇਹ ਚੱਕ ਫਤਿਹ ਸਿੰਘ ਵਾਲਾ ਇੱਥੇ ਰਹਿੰਦੇ ਸੀ। ਪਹਿਲਾਂ ਉਹਦਾ ਨਾਮ ਗੁਰੂ ਕਾ ਚੱਕ ਸੀਗਾ, ਫਿਰ ਅੱਗੇ ਜਾ ਕੇ ਉਸ ਚੱਕ ਦਾ ਨਾਮ ਚੱਕ ਫਤਿਹ ਸਿੰਘ ਵਾਲਾ ਪੈ ਗਿਆ। ਕਹੋ ਸਤਨਾਮ ਸਿੰਘ। ਇਸ ਭੁੱਚੋ ਭਾਗੂ ਦੇ ਇਲਾਕੇ 'ਚ ਹੀ ਆ ਕਿਤੇ। ਤੇ ਇਹ ਜੀਵਨ ਦੇ ਬੱਚੇ ਸਨ। ਤਾਂ ਜੀਵਨ ਦੇ ਇੱਕ ਇਸਤਰੀ ਤੋਂ ਦੋ ਪੁੱਤਰ ਹੋਏ, ਜਿਨ੍ਹਾਂ ਦਾ ਨਾਮ ਰਾਮ ਸਿੰਘ ਤੇ ਫਤਿਹ ਸਿੰਘ ਹੋਇਆ। ਤੇ ਦੂਸਰੀ ਤੋਂ ਕਹਿੰਦੇ ਜਿਹੜਾ ਹੈ ਅੱਗੇ ਚੱਲ ਕੇ ਤਖਤੂ ਤੇ ਵਖਤੂ ਹੋਏ। ਟਗਰਾਮ ਮਹਿ ਇਨ ਕੋ ਬਾਸਾ, ਆਵਤ ਜਾਤ ਰਹਿ ਗੁਰ ਪਾਸਾ। ਔਰ ਇਹ ਤਲਵੰਡੀ ਦੇ ਨੇੜੇ ਹੀ ਨਗਰ ਪੈਂਦੇ ਆ, ਭਾਗੋ, ਚੱਕ, ਭਾਈ ਕਾ ਔਰ ਗੁਰੂ ਪਿਆਰਿਓ ਭੁੱਚੋ ਆਦਿ ਇਹ ਨੇੜੇ ਹੀ ਸੀਗੇ। ਉਧਰ ਦੀ ਸਿੱਧੀ ਆ ਜਾਂਦੇ ਸੀ ਤਲਵੰਡੀ ਨੂੰ। ਤਾਂ ਇਹਨਾਂ ਸਾਰਿਆਂ ਦਾ ਗੁਰੂ ਸਾਹਿਬ ਕੋਲੇ ਆਉਣਾ ਜਾਣਾ ਬਣਿਆ ਰਹਿੰਦਾ ਸੀ। ਇੱਕ ਮਾਸ ਸਤਿਗੁਰੂ ਬਿਤਾਏ, ਚਾਹੁੰ ਦਿਸ ਤੇ ਸਿੱਖ ਦਰਸ਼ਨ ਆਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਦਮਦਮਾ ਸਾਹਿਬ ਤਲਵੰਡੀ ਰਹਿੰਦੇ ਆ ਕਾਫੀ ਸਮਾਂ ਬਤੀਤ ਹੋ ਗਿਆ ਹੈ। ਹੁਣ ਦੂਰ ਦੂਰ ਤੱਕ ਆਸੇ ਪਾਸੇ ਦੀਆਂ ਸੰਗਤਾਂ ਨੂੰ ਪਤਾ ਲੱਗ ਗਿਆ ਗੁਰੂ ਸਾਹਿਬ ਦੇ ਤਲਵੰਡੀ ਆਉਣ ਦਾ। ਇਸ ਕਰਕੇ ਮਾਲਵੇ ਦੇ ਇਲਾਕੇ ਦੀਆਂ ਬੇਅੰਤ ਸੰਗਤਾਂ ਆ ਕਰਕੇ ਸਤਿਗੁਰਾਂ ਨੂੰ ਮਿਲਣ ਲੱਗੀਆਂ ਜੀ। ਨਾਰਨ ਕੀ ਭੀਰ ਹਮੇਸ਼, ਹਿਤ ਦਰਸ਼ਨ ਕੇ ਮਿਲਹਿ ਵਿਸ਼ੇਸ਼। ਔਰ ਸਤਿਗੁਰਾਂ ਦੇ ਦਰਸ਼ਨਾਂ ਲਈ ਮਨੁੱਖ ਇਸਤਰੀਆਂ ਦੇ ਜਥਿਆਂ ਦੇ ਜਥੇ ਆ ਕੇ ਮਿਲਣ ਲੱਗੇ। ਬੜੀ ਭੀੜ ਦਮਦਮਾ ਸਾਹਿਬ ਤਲਵੰਡੀ ਰਹਿਣ ਲੱਗੀ ਆ। ਨਾਨਾ ਵਿਦ ਕੀ ਆਨ ਅਕੂਰ, ਕਰੈ ਸਮਰਪਨ ਜੁਗ ਕਰ ਜੋਰ। ਨਾਨਾ ਵਿਧ ਕੀ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਸੰਗਤਾਂ ਲੈ ਕੇ ਆਉਂਦੀਆਂ, ਦੋਨੇ ਹੱਥ ਬੰਨ੍ਹ ਕੇ ਨਮਸਕਾਰ ਕਰਦੀਆਂ, ਨਾਲੇ ਭੇਟਾਵਾਂ ਮੱਥਾ ਟੇਕਦੀਆਂ ਹਨ ਦੋਹਰਾ। ਇੱਕ ਦਿਨ ਸ੍ਰੀ ਮੁਖ ਤੇ ਕਹਿਓ, ਰਾਮ ਸਿੰਘ ਤਵ ਗ੍ਰਾਮ, ਉਤਰੈ ਇੱਕ ਦੁਐ ਨਿਸਤ ਹੈ, ਦੇਖੈ ਕਸ ਅਬਿਰਾਮ। ਤੇ ਇੱਕ ਦਿਨ ਪਾਤਸ਼ਾਹ ਖੁਸ਼ੀ ਦੇ ਘਰ 'ਚ ਆਏ ਤੇ ਬੈਠੇ ਬੈਠੇ ਦਮਦਮਾ ਸਾਹਿਬ ਤਲਵੰਡੀ ਕਹਿਣ ਲੱਗੇ, ਰਾਮ ਸਿਆਂ ਤੇਰੇ ਪਿੰਡ ਚੱਲੀਏ, 2 ਰਾਤਾਂ ਕੱਟ ਕੇ ਆਈਏ ਕਦੇ। ਚੌਪਈ ਸੁਨ ਬੋਲਿਓ ਕਰ ਜੋਰ, ਸੋ ਤਬੈ ਸਿਕਤਾ ਕਨੋ ਦੇਸ਼ ਇਤ ਸਬੈ। ਰਾਮ ਸਿੰਘ ਕਹਿੰਦਾ ਜੀ ਸਾਡੇ ਦੇਸ਼ ਦਾ, ਸਾਡੇ ਇਲਾਕੇ ਦਾ ਕੀ ਦੇਖਣਾ ਹੈ, ਰੇਤਾ ਹੀ ਪੈਂਦਾ ਸਾਰੇ ਰੇਤਾ ਉੱਡਦਾ। ਪਹਿਲਾਂ ਤਾਂ ਗੁਰੂ ਪਿਆਰੋ ਬੜੇ ਟਿੱਬੇ ਹੁੰਦੇ ਸਨ, ਆ ਹੁਣ ਤਾਂ ਮੀਂਹ ਮੂੰਹ ਪੈਣ ਲੱਗ ਪਏ, ਬਹੁਤੇ ਪਾਣੀ ਨਹਿਰਾਂ ਆ ਗਈਆਂ, ਚਲੋ ਧਰਤੀ ਨੱਪੀ ਗਈ। ਪਹਿਲਾਂ ਸਾਰੇ ਕੱਕਾ ਰੇਤਾ ਹੁੰਦਾ ਸੀ। ਕਹਿੰਦੇ ਮਹਾਰਾਜ ਸਾਡੇ ਦੇਸ਼ ਦਾ ਕੀ ਦੇਖਣਾ ਹੈ,
ਕੱਕਾ ਰੇਤਾ ਹੈ ਸਿਕਤਾ ਉੜਦਾ ਰੇਤਾ। ਤੀਖਣ ਤੇਜ ਤਪਨ ਕੋ ਪਾਈ, ਜਹ ਕਹਤੇ ਦੀਰਘ ਤਪਤਾਈ। ਹੁਣ ਪੋਹ ਦਾ ਮਹੀਨਾ ਤਾਂ ਸਤਿਗੁਰਾਂ ਦਾ ਬੀਤਿਆ ਹੈਗਾ, ਆਨੰਦਪੁਰ ਸਾਹਿਬ ਤੋਂ ਲੈ ਕਰਕੇ ਮੁਕਤਸਰ ਸਾਹਿਬ ਤੱਕ। ਉਸ ਤੋਂ ਬਾਅਦ ਅਗਲੇ ਮਹੀਨੇ ਆ ਗਏ ਆ ਮਾਘ ਫੱਗਣ ਦੇ, ਧੁੱਪਾਂ ਪੈਣ ਲੱਗ ਪਈਆਂ, ਗਰਮੀਆਂ ਚੱਲ ਪਈਆਂ, ਤਾਂ ਕਾਫੀ ਸਮਾਂ ਇੱਥੇ ਤਲਵੰਡੀ ਬਤੀਤ ਹੋ ਗਿਆ। ਤਾਂ ਇਹਦਾ ਮਤਲਬ ਗਰਮੀ ਦੇ ਮਹੀਨੇ ਆ ਗਏ। ਤੇ ਨਾਲ ਰਾਮ ਸਿੰਘ ਕਹਿਣ ਲੱਗਿਆ, ਮਹਾਰਾਜ ਤੇਜ਼ ਧੁੱਪਾਂ ਪੈਂਦੀਆਂ ਹਨ, 4 ਛਪੇਰੇ ਬੰਦਾ ਤਪ ਜਾਂਦਾ ਹੈ, ਥੱਲਿਓਂ ਪੈਰ ਮੱਚਦੇ ਆ, ਉੱਤੋਂ ਸੂਰਜ ਗਰਮ ਹੁੰਦਾ ਹੈ। ਔਰ ਸਮੀਰ ਅਧੀਰਜ ਵਾਰੀ, ਕਰਹਿ ਉਡਾਵਨ ਗਗਨ ਮਝਾਰੀ। ਬੜੀਆਂ ਹਨੇਰੀਆਂ ਉੜਦੀਆਂ, ਮਹਾਰਾਜ ਰੇਤੇ ਨੂੰ ਉਡਾ ਉਡਾ ਕੇ ਆਕਾਸ਼ਾਂ ਨੂੰ ਚੜਾ ਦਿੰਦੀ ਹੈ, ਬੰਦਿਆਂ ਦੇ ਉੱਤੇ ਗਰਮ ਰੇਤਾ ਵੀ ਪੈ ਜਾਂਦਾ ਹੈ। ਵੇਗ ਤੇ ਬਹੁ ਦੁਖਦਾਈ, ਐਸੇ ਦੇਸ਼ ਗ੍ਰਾਮ ਇਸ ਥਾਈ। ਸਾਡੇ ਤਾਂ ਇਹੋ ਜਿਹੇ ਨਗਰ ਹੈ, ਇਹੋ ਜਿਹੇ ਪਿੰਡ ਆ ਇਸ ਦੇਸ਼ ਦੇ ਵਿੱਚ ਮਹਾਰਾਜ, ਬੜੀ ਤੇਜ਼ ਹਨੇਰੀਆਂ ਚੱਲਦੀਆਂ, ਰੇਤਾ ਉੱਡ ਕੇ ਉੱਤੇ ਪੈ ਜਾਂਦਾ। ਸ੍ਰੀ ਪ੍ਰਭ ਕਹਿਓ ਕਰੀਜਹਿ ਤਿਆਰੀ, ਚੱਲਹਿ ਬਿਲੋ ਕਹਿਗੇ ਇੱਕ ਬਾਰੀ। ਪਾਤਸ਼ਾਹ ਕਹਿਣ ਲੱਗੇ, ਕੋਈ ਨਹੀਂ, ਫਿਰ ਕੀ ਹੋ ਗਿਆ, ਇੱਕ ਵਾਰੀ ਤੇਰਾ ਪਿੰਡ ਜ਼ਰੂਰ ਦੇਖਣਾ ਹੈ, ਤੇਰੇ ਇਲਾਕੇ ਵਿੱਚ ਜ਼ਰੂਰ ਜਾਣਾ ਹੈ। ਤੂੰ ਐਂ ਕਰ, ਸਾਡੇ ਬੈਠਣ ਦੀ ਆਉਣ ਦੀ ਤਿਆਰੀ ਕਰ ਜਾ ਕੇ। ਕਹਿ ਹੁਕਮ ਰਾਮ ਸਿੰਘ ਗਇਓ, ਗ੍ਰਾਮ ਵਿਖੈ ਸਭ ਸੋ ਕਹਿ ਦਿਓ। ਤੇ ਰਾਮ ਸਿੰਘ ਚੱਕ ਫਤਿਹ ਸਿੰਘ ਵਾਲਾ ਆਪਣੇ ਪਿੰਡ ਗਿਆ। ਪਿੰਡ ਜਾ ਕੇ ਪਿੰਡ ਵਾਸੀਆਂ ਨੂੰ ਦੱਸਿਆ ਬਈ ਆਪਣੇ ਪਿੰਡ ਕਦੇ ਵੀ ਗੁਰੂ ਗੋਬਿੰਦ ਸਿੰਘ ਤਲਵੰਡੀ ਤੋਂ ਆ ਸਕਦੇ ਹਨ, ਆਪਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਉਹਨਾਂ ਨੇ ਬੈਠਣ ਦੀ, ਉਹਨਾਂ ਦੀ ਸੇਵਾ ਦੀ ਤਿਆਰੀ ਕਰਨੀ ਹੈ। ਮਰਤ ਮਹਿ ਸਰਦ ਸਥਾਨਾ, ਲੱਗਿਓ ਬਨਾਵਨ ਜਾਇ ਨਿਮਹਾਨਾ। ਹੁਣ ਗਰਮੀ ਦੀ ਰੁੱਤ ਵਿੱਚ, ਹੁਣ ਜਿਹੜੇ ਅੱਜ ਕੱਲ੍ਹ ਦਾ ਸਮਾਂ ਤਾਂ ਏਸੀ ਵਾਲੇ ਕਮਰੇ ਲਿਆ ਕੇ ਬਿਠਾ ਦੇਣਗੇ, ਉਦੋਂ ਕਿਹੜੇ ਏਸੀ ਹੁੰਦੇ ਸੀਗੇ, ਪਰ ਦੇਸੀ ਏਸੀ ਤਿਆਰ ਕਰਨ ਲੱਗਿਆ ਰਾਮ ਸਿੰਘ। ਗਰਮੀ ਦੀ ਰੁੱਤ ਵਿੱਚ ਠੰਡ ਵਰਗਾ ਮੌਸਮ ਬਣਾਉਣ ਵਾਸਤੇ ਇਹਨੇ ਕੀ ਕੀਤਾ ਹੈ? ਕਰ ਝਾਰਨ ਚਹੂੰ ਓਰਨ ਓਟਾ, ਰਾਖਿਓ ਬੈਠਣ ਹਿੱਥ ਥਲ ਛੋਟਾ। ਇਸ ਨੇ ਇੱਕ ਦਰਖਤ ਦੇ ਥੱਲੇ ਝਾੜੀਆਂ ਇਕੱਠੀਆਂ ਕਰਕੇ ਮੋਹੜੇ ਗੱਡ ਕੇ ਝੌਂਪੜੀ ਬਣਾਈ ਆ, ਸਤਿਗੁਰੂ ਜੀ ਦੇ ਬੈਠਣ ਜੋਗੀ ਇੱਕ ਝੌਂਪੜੀ ਤਿਆਰ ਕੀਤੀ ਆ। ਓਟਾ ਹੁੰਦਾ ਝੌਂਪੜੀ, ਭਾਵ ਝਾੜੀਆਂ ਇਸ ਤਰ੍ਹਾਂ ਲਾ ਕੇ। ਸਿਕਤਾ ਮੋਟਾ ਬੀਚ ਵਿਛਾਵਾ, ਬਾਰ ਬਾਰ ਜਲ ਤੇ ਛਿੜਕਾਵਾ। ਉਹ ਝੌਂਪੜੀ ਦੇ ਬਾਹਰਲੇ ਪਾਸੇ ਝਾੜੀਆਂ ਦੇ ਉੱਤੇ ਖੱਖ ਪਾਤੀ, ਭਾਵ ਜਿਵੇਂ ਆਹ ਚੌਲਾਂ ਦੀ ਗੁਰੂ ਪਿਆਰਿਓ ਨਾੜ ਹੁੰਦਾ, ਕਣਕ ਦੇ ਨਾੜ ਹੁੰਦੇ ਆ, ਇਹ ਚੀਜ਼ਾਂ ਲੈ ਕਰਕੇ ਉਹ ਝਾੜੀਆਂ ਦੇ ਮੋਹੜਿਆਂ ਦੇ ਉੱਤੇ ਰੱਖ ਦਿੱਤੀਆਂ, ਤੇ ਵਿੱਚ ਉਸ ਦੇ ਮੋਟਾ ਕੱਕਾ ਰੇਤਾ ਵਿਛਾ ਦਿੱਤਾ, ਅਤੇ ਕੋਰੇ ਕੁੰਭ ਨੀਰ ਭਰ ਭਰ ਕੇ, ਬਹੁ ਸੀਤਲ ਦੀਨੇ ਵਿੱਚ ਧਰ ਕੇ। ਰੋਜ਼ ਪਾਣੀ ਛਿੜਕਦਾ ਉਹ ਥਾਂ ਤੇ ਠੰਡਾ ਕਰਨ ਵਾਸਤੇ ਉਸ ਨੂੰ, ਤੇ ਕੋਰੇ ਨਵੇਂ ਘੜੇ ਲਿਆਂਦੇ, ਔਰ ਨਵੇਂ ਘੜੇ ਲਿਆ ਕੇ ਪਾਣੀ ਦੇ ਭਰ ਕੇ ਉਹਦੇ ਵਿੱਚ ਰੱਖ ਦਿੱਤੇ। ਹੁਣ ਜਦੋਂ ਲੋ ਦਾ ਨਾ ਉਲਟ ਸੁਭਾਅ ਹੈ, ਜੇ ਲੋ ਵਗਦੀ ਸੀ ਨਾ ਪਹਿਲਾਂ ਜਿਨ੍ਹਾਂ ਨੇ ਵੇਖੀ ਆ, ਲੋ ਦਾ ਉਲਟ ਸੁਭਾਅ ਹੈ। ਜਦ ਲੋ ਵਗਦੀ ਆ ਤੇ ਘੜਿਆਂ ਵਿਚਲੇ ਪਏ ਪਾਣੀ ਠੰਡਾ ਕਰ ਦਿੰਦੀ ਆ। ਆਪ ਜੀ ਛੇਵੇਂ ਪਾਤਸ਼ਾਹ ਬਾਰੇ ਜਾਣਦੇ ਹੋ। ਜਿਸ ਵੇਲੇ ਭਾਈ ਰੂਪਾ ਤੇ ਉਸ ਦਾ ਪਿਤਾ ਗੁਰੂ ਪਿਆਰੋ ਖੇਤਾਂ ਵਿੱਚ ਕਣਕ ਵੱਢਦੇ ਆ, ਇੱਕ ਦਿਨ ਉਹਨਾਂ ਨੇ ਨਵਾਂ ਕੂਨਾ ਲਿਆ, ਤੇ ਨਵਾਂ ਕੂਨਾ ਪਾਣੀ ਦਾ ਭਰ ਕਰਕੇ ਉਹ ਖੇਤ ਲੈ ਗਏ ਕਣਕ ਵੱਢਣ ਵਾਸਤੇ, ਤੇ ਜੰਡੀ ਤੇ ਟੰਗਤਾ। ਨਵਾਂ ਪਾਣੀ ਭਰਿਆ, ਨਵੇਂ ਕੂਨੇ ਦੇ ਵਿੱਚ ਜੰਡੀ ਤੇ ਟੰਗਤਾ। ਲੋ ਵਗ ਰਹੀ ਆ, ਲੋ ਨੇ ਚੱਲ ਚੱਲ ਕੇ ਉਹ ਪਾਣੀ ਇੰਨਾ ਠੰਡਾ ਕਰਤਾ, ਬਰਫ਼ ਵਰਗਾ। ਤੇ ਗੁਰੂ ਪਿਆਰੋ ਭਾਈ ਰੂਪਾ ਤੇ ਭਾਈ ਉਸ ਦਾ ਪਿਤਾ ਦੋਨੇ ਜਣ ਕਣਕ ਵੱਢਦੇ ਵੱਢਦੇ ਪਾਣੀ ਪੀਣ ਵਾਸਤੇ ਆਏ। ਕਹਿੰਦੇ ਪੁੱਤਰ ਨੇ ਹੱਥ ਲਾਇਆ ਕੂਨਾ ਲਾਉਣ ਵਾਸਤੇ, ਠੰਡਾ ਲੱਗਿਆ, ਤੇ ਪਿਤਾ ਨੂੰ ਕਹਿੰਦਾ ਬਾਪੂ ਜੀ ਬੜਾ ਠੰਡਾ ਪਾਣੀ ਹੈ ਤੇ ਹੈ ਵੀ ਸੁੱਚਾ, ਜੇ ਕਿਤੇ ਪਾਣੀ ਪਹਿਲਾਂ ਗੁਰੂ ਸਾਹਿਬ ਨੂੰ ਪਿਆਇਆ ਜਾਵੇ। ਕੋ ਸਤਨਾਮ ਸੀ, ਸ਼ਰਧਾ ਸੀਗੀ, ਪਿਤਾ ਦੀ ਭਾਵਨਾ ਵੀ ਉੱਠ ਖੜੀ। ਕਹਿੰਦੇ ਠੀਕ ਆ ਪੁੱਤਰ, ਫਿਰ ਆਪਾਂ ਪਾਣੀ ਪੀਂਦੇ ਹੀ ਨਹੀਂ। ਤੇ ਉਸ ਵੇਲੇ ਮੇਰੇ ਪਾਤਸ਼ਾਹ ਜੀ ਉੱਥੋਂ 30 ਕੋਹ ਤੇ ਦੂਰ, ਬਾਬਾ ਜੀ ਹੌਲੀ ਕਰ ਲਿਆ ਕਰੋ ਅਰਦਾਸ, ਜਦੋਂ ਗੁਰੂ ਪਿਆਰਿਓ 30 ਕੋਹ ਤੇ ਦੂਰ ਸਤਿਗੁਰੂ ਪਾਤਸ਼ਾਹ ਜੀ ਬਿਰਾਜਮਾਨ ਹੈ, ਉੱਥੋਂ ਫਿਰ ਉਹ ਚੱਲੇ ਘੋੜੇ ਤੇ ਬੈਠ ਕੇ, ਤੇ ਗੁਰੂ ਪਿਆਰਿਓ 30 ਕੋਹ ਤੇ ਜਾ ਕੇ ਖੇਤਾਂ ਵਿੱਚ ਸਿੱਖਾਂ ਦੇ ਕੋਲੋਂ ਪਾਣੀ ਪੀਤਾ। ਤਾਂ ਕਹਿਣ ਤੋਂ ਭਾਵ ਹੈ ਇਹ ਲੋਹ ਦਾ ਉਲਟਾ ਸੁਭਾਅ ਹੈ। ਲੋਹ ਵੇਖਣ ਨੂੰ ਗਰਮ ਲੱਗਦੀ ਹੈ ਪਰ ਪਾਣੀ ਨੂੰ ਠੰਡਾ ਕਰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਜਿਸ ਵੇਲੇ ਰਾਮ ਸਿੰਘ ਨੇ ਆਪਣੇ ਪਿੰਡ ਦੇ ਵਿੱਚ ਜਾ ਕਰਕੇ
ਉਹ ਠਾਂ ਠੰਡਾ ਕੀਤਾ, ਦਰਖਤ ਦੇ ਹੇਠਾਂ ਝੌਂਪੜੀ ਬਣਾ ਕੇ ਉਸ ਦੇ ਵਿੱਚ ਪਾਣੀ ਛਿੜਕਿਆ, ਕੱਕਾ ਰੇਤਾ ਸਿੱਟਿਆ ਹੈ ਔਰ ਠੰਡੇ ਪਾਣੀ ਦੇ ਘੜੇ ਭਰ ਕੇ ਰੱਖ ਦਿੱਤੇ ਹਨ। ਆਦਿਕ ਸਭ ਕਰਕੇ ਤਿਆਰੀ, ਨੀਕੇ ਸਤਿਗੁਰ ਹੀਤ ਸੁਧਾਰੀ। ਸਤਿਗੁਰਾਂ ਦੇ ਬੈਠਣ ਵਾਸਤੇ ਬੜੀ ਸੁੰਦਰ ਜਗ੍ਹਾ ਤਿਆਰ ਕੀਤੀ ਹੈ। ਇੱਕ ਸਿੱਖ ਗੋਦੜੀਆ ਜਿਸ ਨਾਮੋ, ਜਿਸ ਕੇ ਚਰਿਤ ਮਹਾ ਅਵਿਰਾਮੋ। ਸਤਿਗੁਰਾਂ ਦੇ ਨਾਲ ਇੱਕ ਸਿੱਖ ਰਹਿੰਦਾ ਭਾਈ ਗੋਦੜੀਆ, ਜਿਸ ਦੇ ਅਨੋਖੇ ਕੌਤਕ ਹਨ। ਅਲਪ ਬੈਸ ਮਹਿ ਆਵਤ ਭਇਓ, ਭਗਤੂ ਪੁੱਤਰਨ ਢਿਗ ਰਹਿ ਗਇਓ। ਔਰ ਗੁਰੂ ਪਿਆਰਿਓ, ਇਹ ਥੋੜੀ ਉਮਰ ਦੇ ਵਿੱਚ ਹੀ ਭਾਈ ਭਗਤੂ ਦੇ ਪੁੱਤਰਾਂ ਕੋਲ ਰਹਿੰਦਾ ਸੀ। ਗੌਰੀ ਕਹਿ ਕਰ ਕਾਰ ਲਗਾਇਓ, ਕੂਪ ਨੀਰ ਕੋ ਚਰਸ ਬਹਾਇਓ। ਇਹ ਜਿਹੜਾ ਗੋਦੜੀਆ ਸੀ ਨਾ, ਸੀਤਾ ਭਜਨ ਬੰਦਗੀ ਵਾਲਾ ਤੇ ਸੀ ਵਿਚਾਰਾ ਸਿੱਧਾ ਸਾਦਾ, ਤੇ ਪਰ ਇਹਦੇ ਮੂੰਹ ਚੋਂ ਨਿਕਲੇ ਬਚਨ ਪੂਰੇ ਹੋ ਜਾਂਦੇ ਸਨ। ਇਹ ਗੋਦੜੀਆ ਛੋਟੀ ਉਮਰ ਦੇ ਵਿੱਚ ਹੀ ਭਾਈ ਰਾਮ ਸਿੰਘ ਆਪਣਾ ਭਾਈ ਭਗਤੂ ਦੇ ਪੁੱਤਰ ਗੌਰੇ ਕੋਲ ਆ ਕੇ ਰਹਿਣ ਲੱਗ ਪਿਆ। ਤੇ ਗੌਰਾ ਇਸ ਨੂੰ ਕੰਮ ਕਹਿੰਦਾ, ਤੇ ਜਿਹੜਾ ਵੀ ਕੰਮ ਕਹਿੰਦਾ ਇਹ ਤੁਰੰਤ ਕਰਦਾ ਹੈ। ਸੇਵ ਜੋ ਕਹੈ ਕਮਾਵੈ, ਕਰਹਿ ਸੰਜ ਲਗ ਜਹਾਂ ਲਗਾਵੈ। ਤੇ ਜਿੱਥੇ ਭਾਈ ਗੌਰਾ ਇਹਨੂੰ ਲਾ ਦਿੰਦਾ ਤੇ ਉੱਥੇ ਫਿਰ ਸ਼ਾਮ ਤੱਕ ਲੱਗਿਆ ਰਹਿੰਦਾ, ਕਹੇ ਤੋਂ ਬਿਨਾ ਹਟਦਾ ਵੀ ਨਾ। ਇੱਕ ਦਿਨ ਘਾਸ ਬਾੜ ਵੇ ਲਾਇਓ, ਦਹਿਸਰ ਤੋਲ ਬਾਜਰਾ ਲਿਆਇਓ। ਔਰ ਕਹਿਣ ਲੱਗੇ ਇੱਕ ਦਿਨ ਇਸ ਨੇ ਤੜਕੇ ਤੋਂ ਘਾਹ ਵੱਢਣਾ ਸ਼ੁਰੂ ਕੀਤਾ। ਗੋਰੇ ਨੇ ਕਿਹਾ, ਕਹਿਣ ਲੱਗਿਆ ਵੀ ਤੂੰ ਆ ਸਾਰਾ ਘਾਹ ਜਿਹੜਾ ਵੱਢਣਾ ਕਰ। ਤੇ ਇਹ ਵੱਢੀ ਗਿਆ, ਘਰੋਂ 10 ਕਿਲੋ ਬਾਜਰਾ ਲੈ ਕੇ ਆਇਆ ਸੀ। ਚਰਪਤ ਸੀਰ ਏਕ ਦਿਨ ਮਾਹੀ, ਘਾਸ ਵੱਢ ਹੈ ਨਿਤ ਮਿਟ ਹੈ ਸੁਨਾਹੀ। ਔਰ ਖੇਤਾਂ ਵਿੱਚ ਹੀ ਰਹਿਣ ਲੱਗਿਆ। ਹੁਣ ਘਾਹ ਬਹੁਤ ਹੈ ਖੇਤਾਂ ਵਿੱਚ, ਵੱਢੀ ਜਾਂਦਾ, ਮਗਰੇ ਫੇਰ ਹੋਈ ਜਾਂਦਾ, ਤੇ ਰੋਜ਼ ਦਾ ਕਿਲੋ ਬਾਜਰਾ ਇਹ ਖਾ ਜਾਂਦਾ ਚੱਬ ਚੱਬ ਕੇ। ਭਾਵ ਇੰਨੀਆਂ ਖੁਰਾਕਾਂ ਹੁੰਦੀਆਂ ਸੀ ਪੁਰਾਣੇ ਸਮਿਆਂ ਦੇ ਵਿੱਚ, ਉਹ ਬਾਜਰਾ ਹੀ ਚੱਬੀ ਜਾਂਦਾ ਸਾਰਾ ਦਿਨ ਤੇ ਘਾਹ ਵੱਢੀ ਜਾਂਦਾ। ਦਸ ਦਿਵਸਨ ਲੱਗ ਢੇਰ ਲਗਾਈ, ਨਹਿ ਆਵਤ ਭਾ ਬਿਨਾ ਬੁਲਾਈ। ਤੇ ਗੌਰਾ ਜਿਹੜਾ ਆਇਆ ਨਹੀਂ ਪਤਾ ਲੈਣ, ਉੱਥੇ ਘਾਹ ਵੱਢੀ ਗਿਆ, ਬਾਜਰਾ ਖਾਈ ਗਿਆ। 10 ਦਿਨਾਂ ਦੇ ਵਿੱਚ ਨੇ ਵੱਢ ਵੱਢ ਕੇ ਘਾਹ ਢੇਰ ਲਾ ਦਿੱਤੇ। ਇਕਟ ਤਾਲ ਜਲ ਪੀਵਨ ਕਰੈ, ਰਿਦੇ ਸਦਾ ਸਿਮਰਨ ਹਰ ਧਰੈ। ਔਰ ਨੇੜੇ ਪਾਣੀ ਦੀ ਢਾਬ ਸੀ, ਉੱਥੋਂ ਪਾਣੀ ਪੀ ਲੈਂਦਾ, ਬਾਜਰਾ ਚੱਬ ਲੈਂਦਾ, ਫੇਰ ਘਾਹ ਵੱਢਣ ਲੱਗ ਜਾਂਦਾ। ਨਾ ਗੌਰਾ ਆਇਆ ਤੇ ਨਾ ਇਹ ਹਟਿਆ, ਵੱਢੀ ਗਿਆ ਤੇ ਇਹਨੇ ਵੱਢ ਵੱਢ ਕੇ ਘਾਹ ਦੇ ਕਹਿੰਦੇ ਢੇਰ ਲਾ ਦਿੱਤੇ। ਭਜਨ ਬਹੁਤ ਸੀਗਾ, ਰੋਜ਼ ਦੇ ਜਪਜੀ ਸਾਹਿਬ ਦੇ ਕਹਿੰਦੇ 20-21 ਪਾਠ ਮੂੰਹ ਜਵਾਨੀ ਕਰੀ ਜਾਂਦਾ ਤੇ ਕਰ ਲੈਂਦਾ। ਜਾਏ ਬਿਲੋਕਿਓ ਹਰਕਤ ਭਾਈ, ਲਾਦੇ ਸਕਟ ਆਨ ਬੁਕਈ। ਔਰ ਜਦੋਂ 10 ਦਿਨਾਂ ਬਾਅਦ ਗੋਰਾ ਆਇਆ ਤੇ ਕਹਿੰਦੇ ਘਾਹ ਦੀਆਂ ਢੇਰਾਂ ਪੰਡਾਂ ਲੱਗੀਆਂ ਪਈਆਂ, ਬੜਾ ਖੁਸ਼ ਹੋਇਆ ਤੇ ਗੱਡੇ ਭਰ ਕੇ ਘਾਹ ਲਿਆਇਆ ਪਸ਼ੂਆਂ ਲਈ। ਰਹਿ ਲਿਆਏ ਘਰ ਪੀਸਨ ਲਾਇਓ, ਪੀਸਤ ਰਹਿ ਨਾ ਮਨ ਡੋਲਾਇਓ। ਘਰੇ ਆ ਗਏ। ਜਦ ਘਰੇ ਆਏ ਤੇ ਗੋਰੇ ਨੇ ਗੋਦੜੀਏ ਨੂੰ ਚੱਕੀ ਤੇ ਕਣਕ ਪੀਸਣ ਲਾ ਦਿੱਤਾ। ਕਹਿੰਦੇ ਪੀਸੀ ਜਾਂਦਾ ਤੇ ਪੀਸੀ ਜਾਂਦਾ, ਹਟਦਾ ਹੀ ਨਹੀਂ। ਜਪਜੀ ਵਾਰ 21 ਉਚਾਰੈ, ਕਰ ਪਗ ਸੋਨਿਤ ਕਾਰ ਸੰਭਾਰੈ। ਭਗਤਾਂ ਦੇ ਬਚਨ ਮੁਤਾਬਕ, ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਆ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥ ਨਾਲ ਚੱਕੀ ਚਲਾਈ ਜਾਂਦਾ, ਦਾਣੇ ਪੀਸੀ ਜਾਂਦਾ ਹੈ ਤੇ ਰੋਜ਼ਾਨਾ ਲਗਭਗ 21 ਵਾਰੀ ਇਹ ਜਪਜੀ ਸਾਹਿਬ ਦੇ ਪਾਠ ਕਰ ਦਿੰਦਾ ਹੈ। ਮਨ ਦਾਸੀ ਤਿਸ ਕੇ ਸੰਗ ਲਾਈ, ਪੀਸੈ ਆਪ ਜੋ ਬਰਜ ਹਟਾਈ। ਔਰ ਗੋਰੇ ਨੇ ਇਹਦੇ ਨਾਲ ਇੱਕ ਬੀਬੀ ਲਾਤੀ। ਫਿਰ ਕਹਿੰਦੇ ਬੀਬੀ ਤੂੰ ਨਾਲ ਮਦਦ ਕਰਾ ਦੇ ਦਾਣੇ ਪੀਸਣ ਤੇ ਚੱਕੀ ਤੇ। ਪਹਿਲਾਂ ਦੂਜੀਆਂ ਚੱਕੀਆਂ ਨਹੀਂ ਸੀ ਹੁੰਦੀਆਂ, ਦੂਜੀਆਂ ਪੱਥਰ ਦੀਆਂ ਹੱਥ ਵਾਲੀਆਂ ਚੱਕੀਆਂ ਹੁੰਦੀਆਂ ਸੀਗੀਆਂ। ਸਰਕਾਰੀ ਫੌਜਾਂ ਕੋਲੇ ਵੀ ਚੱਕੀਆਂ ਹੁੰਦੀਆਂ, ਕੈਦੀਆਂ ਨੂੰ ਸਜ਼ਾ ਦੇਣੀ ਵੀ ਚੱਕੀਆਂ ਨਾਲ ਕਣਕ ਪਸਾਉਣੀ ਹੁੰਦੀ ਸੀ। ਕੋ ਸਤਨ ਅਹਿਮਦਾਬਾਦ ਦੇ ਵਿੱਚ ਦੇਖਿਆ ਆਪ ਜੀ ਨੇ, ਇੱਕ ਚੱਕੀ ਬਾਬੇ ਨਾਨਕ ਨੂੰ ਫੜਾਤੀ ਤੇ ਬਾਬਾ ਨਾਨਕ ਦਾਣੇ ਪਾਉਣ ਲੱਗਿਆ, ਚੱਕੀ ਆਪੇ ਘੁੰਮਣ ਲੱਗੀ। ਫਿਰ ਬਾਬਰ ਦੇ ਬੰਦਿਆਂ ਨੇ ਦੱਸਿਆ ਤੇ ਬਾਬਰ ਪੈਰੀ ਪਿਆ। ਖੈਰ ਕਹਿੰਦੇ ਇਸ ਨੂੰ ਕਿਹਾ ਵੀ ਤੂੰ ਚੱਕੀ ਪੀਸ। ਫਿਰ ਇਹਦੇ ਨਾਲ ਇੱਕ ਬੀਬੀ ਲਾਤੀ। ਇਹ ਕਹਿੰਦਾ ਨਹੀਂ ਬੀਬੀ ਜਾ ਤੂੰ, ਮੈਂ ਆਪੇ ਪੀਸਾਂਗਾ।
ਕੱਲਾ ਹੀ ਪੀਸਦਾ ਰਿਹਾ। ਭਗਤੂ ਸੁਤ ਜੀਵਨ ਇੱਕ ਵਾਰੀ, ਕਿਸ ਰਾਹਕ ਕੋ ਝਿਰਕਤ ਭਾਰੀ। ਤੇ ਇੱਕ ਦਿਨ ਕਹਿੰਦੇ ਇਸ ਨੇ ਕੀ ਦੇਖਿਆ ਕਿ ਭਗਤੂ ਦਾ ਦੂਸਰਾ ਪੁੱਤਰ ਜਿਹੜਾ ਜੀਵਨ ਹੈ ਕਿਸੇ ਜ਼ਿਮੀਂਦਾਰ ਨੂੰ, ਕਿਸੇ ਕਿਸਾਨ ਦੇ ਨਾਲ ਲੜ ਰਿਹਾ ਸੀ, ਉਹਨੂੰ ਝਿੜਕ ਰਿਹਾ ਸੀ। ਗੋਦੜੀਆ ਕਰ ਕਿਰਪਾ ਨਿਵਾਰੈ, ਕਿਉ ਨਾਹਕ ਇਸ ਕਉ ਬਹੁ ਮਾਰੈ। ਗੋਦੜੀਆ ਕਹਿਣ ਲੱਗੇ, ਓਏ ਭਾਈ ਕੀ ਗੱਲ ਹੈ, ਤੂੰ ਐਵੇਂ ਕਿਉਂ ਵਿਚਾਰੇ ਨੂੰ ਝਿੜਕੀ ਜਾਂਦਾ, ਮਾਰੀ ਜਾਂਦਾ? ਜੀਵਨ ਬੋਲਿਓ ਰਿਸ ਹੋਈ, ਰਾਜ ਸਾਜ ਕੀ ਸੁਧ ਕਿਆ ਤੋਹੀ। ਹੁਣ ਜੀਵਨ ਕਹਿਣ ਲੱਗਿਆ, ਤੈਨੂੰ ਰਾਜ ਕਿਵੇਂ ਚਲਾਈਦਾ, ਤੈਨੂੰ ਕੀ ਪਤਾ, ਤੈਨੂੰ ਰਾਜ ਸਾਜ ਦੀ ਕੀ ਖਬਰ ਹੈ ਬਾਬਾ, ਤੂੰ ਚੁੱਪ ਕਰ ਜਾ। ਉਠ ਕਰ ਢਾਡੀ ਲਾਤ ਪ੍ਰਹਾਰੀ, ਕਿਉ ਨਹਿ ਪੀਸਨ ਕੀ ਕਰ ਕਾਰੀ। ਔਰ ਗੁੱਸੇ ਚ ਆ ਕੇ ਕਹਿੰਦੇ ਉਹਨੇ ਗੋਦੜੀਏ ਦੇ ਕਲੱਤ ਵੀ ਮਾਰੀ, ਕਹਿੰਦਾ ਤੂੰ ਆਪਦਾ ਦਾਣੇ ਪੀਣ ਦਾ ਕੰਮ ਕਰ, ਤੂੰ ਮੇਰੀ ਗੱਲ ਤੋਂ ਕੀ ਲੈਣਾ। ਕਹਿ ਗੋਦੜੀਆ ਕਿਰਪਾ ਨਾ ਤਾਰੀ, ਰਿਦੇ ਰਾਜ ਅਹੰਕਾਰ ਅਫਾਰੇ। ਗੋਦੜੀਆ ਕਹਿੰਦਾ ਤੂੰ ਕਿਸੇ ਨਾਲ ਪਿਆਰ ਨਹੀਂ ਕਰਦਾਗਾ, ਰਾਜ ਦੇ ਵਿੱਚ ਹੀ ਆਫਰਿਆ ਫਿਰਦਾ। ਕਹਿ ਲੱਗਿਓ ਕਾਰ ਕੋ ਆਈ, ਅਫਰਿਓ ਜੀਵਨ ਬਹੁ ਦੁਖ ਪਾਈ। ਇਹਨਾਂ ਕਹਿ ਕੇ ਫਿਰ ਚੱਕੀ ਤੇ ਬਹਿ ਗਿਆ, ਪਰ ਜੀਵਨ ਆਫਰ ਗਿਆ, ਉਹਦਾ ਢਿੱਡ ਫੁੱਲ ਗਿਆ, ਉਹਨੂੰ ਅਫਰੇਵਾ ਹੋ ਗਿਆ। ਜਬ ਉਪਚਾਰ ਕਰਨ ਕੋ ਆਏ, ਸਰਾਪ ਦਾਸ ਦੀਨ ਸਬਤ ਲਾਏ। ਵੈਦ ਸੱਦ ਲਏ ਬਈ ਇਲਾਜ ਕਰੋ, ਇਹਨੂੰ ਅਫਰੇਵਾ ਹੋ ਗਿਆ। ਉਹ ਤਰ੍ਹਾਂ ਤਰ੍ਹਾਂ ਦੇ ਇਲਾਜ ਕਰਨ, ਅਫਰੇਵਾ ਹਟੇ ਨਾ, ਕਿਉਂ ਨਹੀਂ ਹਟਦਾ, ਗੱਲ ਕੀ ਹੋ ਗਈ? ਇਹਨੂੰ ਕਰਮ ਰੋਗ ਕਹਿੰਦੇ ਆ। ਸਾਧੂਆਂ ਨੂੰ ਦੁੱਖ ਦੇਣਾ ਗੁਰੂ ਪਿਆਰਿਓ, ਉਸ ਤੋਂ ਕਰਮ ਹੋ ਜਾਂਦਾ ਤੇ ਉਹ ਕਰਮ ਦੀ ਬਿਮਾਰੀ ਬਣ ਜਾਂਦੀ ਹੈ। ਫਿਰ ਅੱਗੇ ਜਾ ਕੇ ਉਹ ਬਿਮਾਰੀ ਓਨਾ ਚਿਰ ਨਹੀਂ ਹਟਦੀ ਜਿੰਨਾ ਚਿਰ ਉਹਨੂੰ ਮਾਫ ਨਾ ਕੀਤਾ ਜਾਵੇ। ਜਿਵੇਂ ਗੁਰੂ ਪਿਆਰਿਓ ਭਾਈ ਤਾਰੂ ਸਿੰਘ ਦੀ ਖੋਪੜੀ ਲਾਹ ਦਿੱਤੀ, 22 ਦਿਨ ਭਾਈ ਸਾਹਿਬ ਬੈਠੇ ਰਹੇ, ਤੇ ਜਿਹਨੇ ਖੋਪੜੀ ਲਵਾਈ ਸੀ ਉਹ ਸੂਬੇਦਾਰ ਨੇ, ਰਾਜੇ ਨੇ, ਉਸ ਨੂੰ ਗੁਰੂ ਪਿਆਰਿਓ ਪਿਸ਼ਾਬ ਦਾ ਬੰਨ ਪੈ ਗਿਆ। ਕਹੋ ਸਤਨਾਮ। ਹੁਣ ਬੜੇ ਵੈਦ ਸੱਦੇ, ਉਹਦਾ ਬੰਨ ਨਾ ਟੁੱਟੇ। ਕੋਈ ਸਿਆਣਾ ਬੰਦਾ ਕਹਿੰਦਾ ਤੈਨੂੰ ਲੱਗਿਆ ਸਰਾਪ ਭਾਈ ਤਾਰੂ ਸਿੰਘ ਦਾ, ਉਹ ਲੋਕਾਂ ਦੇ ਭਲੇ ਵਾਸਤੇ ਲੰਗਰ ਚਲਾਉਂਦਾ, ਤੂੰ ਲੋਕਾਂ ਦੇ ਪਿੱਛੇ ਲਾ ਕੇ ਉਸ ਨੂੰ ਸਜ਼ਾ ਦੇਤੀ। ਉਹ ਤੋਂ ਮਾਫੀ ਮੰਗੇ ਬਿਨਾਂ ਇਹ ਨਹੀਂ ਹਟਣਾ। ਹੁਣ ਉਹ ਆਪਦੇ ਬੰਦਿਆਂ ਵਜ਼ੀਰਾਂ ਨੂੰ ਭੇਜਦਾ, ਕਹਿੰਦੇ ਜਾ ਕੇ ਮਾਫੀ ਮੰਗੋ। ਤਾਂ ਜਿਸ ਵੇਲੇ ਕਹਿੰਦੇ ਉਹ ਆ ਕੇ ਬੇਨਤੀ ਕਰਦੇ ਆ ਮਾਫੀ ਮੰਗਣ ਵਾਸਤੇ, ਉਹ ਕਹਿਣ ਲੱਗਿਆ ਹੁਣ ਇਹਨੂੰ ਮਾਫ ਕਰੂਗੇ ਮੇਰੀ ਜੁੱਤੀ ਮਾਰੋ ਲਿਜਾ ਕੇ। ਤੇ ਕਹਿਣ ਲੱਗੇ ਠੀਕ ਆ ਭਾਈ, ਜੁੱਤੀ ਲੈ ਚੱਲੋ। ਜੁੱਤੀ ਜਾਂ ਸਿਰ 'ਚ ਮਾਰਦੇ ਆ, ਥੋੜਾ ਬਾਥਰੂਮ ਆਉਂਦਾ, ਫਿਰ ਬੰਦ ਹੋ ਜਾਂਦਾ ਹੈ। ਗੱਲ ਕੀ ਜਿਵੇਂ ਜਿਵੇਂ ਜੁੱਤੀ ਮਾਰਦੇ ਆ ਥੋੜਾ ਆਰਾਮ ਆਉਂਦਾ, ਹਟ ਜਾਂਦੇ ਆ, ਫਿਰ ਢਿੱਡ ਅੱਫਰ ਜਾਂਦਾ। ਅਖੀਰ ਉਹ ਕਹਿੰਦਾ ਮੇਰੇ ਸਿਰ ਵਿੱਚ ਜੁੱਤੀਆਂ ਮਾਰੀ ਚੱਲੋ, ਤੇ ਉਹ ਜੁੱਤੀਆਂ ਵੱਜਦਿਆਂ ਇਹਦਾ ਸਿਰ ਫੁੱਟ ਗਿਆ। ਔਰ ਭਾਈ ਤਾਰੂ ਸਿੰਘ ਜੀ ਨੇ ਕਿਹਾ ਸੀਗਾ ਦੁਸ਼ਟਾ ਤੈਨੂੰ ਵੀ ਜੁੱਤੀ ਦੇ ਮੂਹਰੇ ਲਾ ਕੇ ਲਿਜਾਊਂਗਾ, ਤੇ ਭਾਈ ਤਾਰੂ ਸਿੰਘ ਦੇ ਸਰੀਰ ਤਿਆਗਣ ਤੋਂ ਪਹਿਲਾਂ ਉਸ ਦਾ ਸਰੀਰ ਛੁੱਟਿਆ, ਉਹ ਮਰਿਆ, ਸਿਰ ਫੁੱਟ ਗਿਆ ਉਸ ਦਾ ਤੇ ਮਰ ਗਿਆ। ਫਿਰ ਤਾਰੂ ਸਿੰਘ ਨੇ ਸਰੀਰ ਛੱਡਿਆ 22 ਦਿਨਾਂ ਦੇ ਬਾਅਦ। ਖੈਰ ਇਹਨੂੰ ਅਫਰੇਵਾ ਹੋ ਗਿਆ ਜੀਵਨ ਨੂੰ। ਗੋਦੜੀਆ ਹੁਣ ਭਜਨ ਬੰਦਗੀ ਵਾਲਾ ਬੰਦਾ ਸੀ, ਉਹਦੇ ਮੂੰਹ ਚੋਂ ਨਿਕਲਿਆ ਬਚਨ, ਕਹਿੰਦੇ ਉਹੀ ਆਫਰਿਆ ਰਹਿਣਾ ਰਾਜ ਦੇ ਹੰਕਾਰ 'ਚ, ਤੂੰ ਕਿਸੇ ਦੇ ਨਾਲ ਪ੍ਰੇਮ ਵੀ ਕਰਿਆ ਕਰ। ਅਫਰੇਵਾ ਹੋ ਗਿਆ। ਵੈਦ ਸੱਦੇ ਹਨ ਤੇ ਭੀ ਬਦ ਸੇਵਕ ਹੋਇਓ, ਜਿਸ ਕੇ ਬਾਕਨ ਤੇ ਸੁਖ ਖੋਇਓ। ਔਰ ਗੁਰੂ ਪਿਆਰਿਓ ਜਿਹੜੇ ਸੇਵਕ ਸੀ, ਨੌਕਰ ਜਿਨ੍ਹਾਂ ਨੇ ਸੁਣਿਆ ਸੀਗਾ, ਉਹਨਾਂ ਨੇ ਕਹਿਣ ਲੱਗੇ, ਦੱਸ ਦਿੱਤਾ ਬਈ ਇਹ ਅਫਰੇਵਾ ਦਵਾਈਆਂ ਨਾਲ ਨਹੀਂ ਹਟਦਾ, ਇਹਨੂੰ ਮਾਫੀ ਮੰਗਣੀ ਪਊ ਗੋਦੜੀਏ ਤੋਂ। ਉਹਨੇ ਸਰਾਪ ਦੇ ਦਿੱਤਾ। ਤੇ ਗੋਰਾ ਤੇ ਜੀਵਨ ਹੋਰੀ ਕਹਿੰਦੇ ਯਾਰ ਹੈ ਇਹਦੀ ਬਚਨਾਂ 'ਚ ਇੰਨੀ ਤਾਕਤ ਹੋ ਗਈ, ਸਾਡੋਂ ਵੀ ਵੱਡਾ ਭਗਤ ਬਣ ਗਿਆ ਸਾਡੀ ਸੇਵਾ ਕਰਕੇ। ਬਖਾਨਤ ਗੌਰਾ ਲਿਆਇਓ, ਜੀਵਨ ਕੇ ਜਬ ਹੱਥ ਛੁਹਾਇਓ। ਤੇ ਭਾਈ ਗੌਰਾ ਜਾ ਕੇ ਬਾਬੇ ਗੋਦਰ ਕਹਿੰਦਾ ਬਾਬਾ ਜੀ ਮੇਰੇ ਨਾਲ ਚੱਲੋ। ਕਹਿੰਦੇ ਕੀ ਹੋ ਗਿਆ ਭਾਈ? ਉਹ ਮਹਾਰਾਜ ਜੀਵਨ ਬਿਮਾਰ ਹੋ ਗਿਆ, ਤੁਸੀਂ ਉਹਦੇ ਕਿਰਪਾ ਕਰਕੇ ਹੱਥ ਰੱਖ ਕੇ ਫੇਰ ਦਿਓ, ਉਹਦੇ ਪੇਟ ਦੇ ਵਿੱਚ ਨੁਕਸ ਪੈ ਗਿਆ, ਅਫਰੇਵਾ ਹੋ ਗਿਆ। ਸਾਧ ਸੁਭਾਅ ਦੇ ਹੁੰਦੇ ਐ, ਉਹ ਮਨ ਵਿੱਚ ਈਰਖਾ ਨਹੀਂ ਰੱਖਿਆ ਕਰਦੇ, ਬਸ 2 ਮਿੰਟ ਗੱਲ ਆਈ ਤੇ ਨਿਕਲ ਗਈ, ਗੋਲੀ ਵਾਂਗੂ ਚੱਲ ਗਈ, ਰਹਿ ਗਈ। ਕਹੋ ਸਤਨਾਮ। ਭਾਈ ਗੋਦੜੀ ਇਹਨੂੰ ਗੋਰਾ ਲੈ ਕੇ ਆਇਆ। ਜਦ ਗੋਰੇ ਨੇ ਉਹਦੇ ਪੇਟ ਤੇ ਹੱਥ ਫੇਰਿਆ, ਅਫਰੇਵਾ ਖਤਮ ਹੋ ਗਿਆ ਜੀ। ਅਫਾਰਾ ਸੁਖ ਕੋ ਪਾਈ, ਮਿਲ ਸਗਰੇ ਤਿਸ ਕੇ ਪ੍ਰਤੀ ਗਾਏ। ਤਾਂ ਹੁਣ ਸਾਰੇ ਗੁਰੂ ਪਿਆਰਿਓ ਗੋਦੜੀਏ ਦੀ ਸਿਫਤ ਕਰਨ ਲੱਗੇ ਵੀ ਯਾਰ ਕਿੰਨੀ ਭਗਤੀ ਐ ਇਸ ਦੀ, ਵੇਖੋ ਇਹਨੇ ਬਚਨ ਕੀਤਾ ਤੇ ਉਹਨੂੰ ਅਫਰੇਵਾ ਹੋ ਗਿਆ, ਤੇ ਹੁਣ ਹੱਥ ਲਾਉਂਦਿਆਂ ਹੀ ਅਫਰੇਵਾ
ਖਤਮ ਹੋ ਗਿਆ। ਮੇਰੀ ਸੇਵਾ ਕਰਤੈ ਪਾਈ ਵਧਿਓ ਅਦਕ ਪੁਨ ਭਾ ਦੁਖਦਾਈ। ਔਰ ਤੂੰ ਸਾਡੀ ਸੇਵਾ ਕਰਕੇ ਇੰਨੀ ਬਖਸ਼ਿਸ਼ ਪ੍ਰਾਪਤ ਕਰ ਲਈ ਹੈ। ਇੱਛਾ ਵਿੱਚ ਰੋਹ ਤਹਿਤ ਆਪ ਸ਼ਕਤ ਨ ਰਾਖਨ ਕੀ ਕਹਿ ਸਰਾ। ਤੂੰ ਬਾਬਾ ਚਲੇ ਆ ਜਾ, ਹੁਣ ਤੇਰੇ ਵਚਨ ਪੂਰੇ ਹੁੰਦੇ ਐ। ਇਸ ਕਰਕੇ ਕਹਿੰਦੇ ਨੇ ਸਾਧੂਆਂ ਨੂੰ, ਸੰਤਾਂ ਨੂੰ ਤੇ ਸੱਪਾਂ ਨੂੰ ਬਹੁਤਾ ਛੇੜਨਾ ਨਹੀਂ ਚਾਹੀਦਾ। ਕਹੋ ਸਤਿਨਾਮ ਸ੍ਰੀ। ਸੱਪਾਂ ਤੋਂ ਵੀ ਬਚ ਕੇ ਰਹੋ ਤੇ ਸੰਤਾਂ ਨਾਲ ਵੀ ਬਹੁਤੀ ਗੱਲਬਾਤ ਕਰਨ ਦੀ ਬਜਾਏ ਉਹਨਾਂ ਦੀ ਸੁਣਨੀ ਚਾਹੀਦੀ ਆ। ਕਹੋ ਸਤਿਨਾਮ ਸ੍ਰੀ। ਤੋ ਖੈਰ ਧਿਆਨ ਦਿਓ। ਇਹ ਕਹਿਣ ਲੱਗੇ ਬਾਬਾ ਹੁਣ ਤੂੰ ਦੁਖਦਾਈ ਹੋ ਗਿਆ, ਭਾਵ ਤੇਰੇ ਮੂੰਹ ਚੋਂ ਬਚਨ ਨਿਕਲ ਜਾਂਦਾ, ਉਹ ਚੱਲ ਜਾਂਦਾ। ਹੁਣ ਤੂੰ ਚਲੇ ਆ ਜਾ, ਜਿੱਧਰ ਜੀ ਕਰਦਾ ਚਲੇ ਜਾਓ। ਤੇ ਗੋਦੜੀ ਇਹਨੂੰ ਕਹਿ ਦਿੱਤਾ ਜਹ ਇੱਛਾ। ਜਹ ਇੱਛਾ ਵਿੱਚ ਰੋਹ ਆਪ ਸ਼ਕਤ ਨ ਰਾਖਨ ਕੀ ਕਹਿ ਸਰਾਪ। ਹੁਣ ਅਸੀਂ ਤੈਨੂੰ ਰੱਖ ਨਹੀਂ ਸਕਦੇ, ਜਿੱਧਰ ਜੀ ਕਰਦਾ ਚਲੇ ਆ ਜਾ। ਸੁਰ ਸਵੇਛਾ ਹੀ ਗਮਨ ਕਰੰਤਾ ਹਿਤ ਸੇਵਾ ਜੋ ਕਿਤ ਉਚਰੰਤਾ। ਤਾਂ ਗੁਰੂ ਪਿਆਰਿਓ ਇਹ ਚਲਿਆ ਗਿਆ ਉੱਥੋਂ। ਹੁਣ ਗਮਨ ਕਰਨਾ ਭਾਵ ਆਪਦੀ ਆਜ਼ਾਦੀ ਵਿੱਚ ਵਿਚਰਨਾ। ਪਰ ਫਿਰ ਵੀ ਜੇ ਕਿ ਇਹਨੂੰ ਕੋਈ ਕੰਮ ਕਹਿ ਦਿੰਦਾ ਤੇ ਇਹ ਕਰ ਦਿੰਦਾ। ਆ ਬਾਬਾ ਫਰੀਦ ਜੀ ਫਰੀਦਕੋਟ ਆਏ, ਰਾਜਾ ਕਿਲਾ ਬਣਾ ਰਿਹਾ ਸੀਗਾ। ਰਾਜੇ ਨੇ ਕੈਦੀ ਵੀ ਲਾਏ ਸੀ, ਨਗਰ ਦੇ ਲੋਕ ਵੀ ਲਾ ਛੱਡੇ ਸੀ। ਬਾਬਾ ਫਰੀਦ ਵੀ ਕਿਤੇ ਆ ਗਿਆ, ਕਹਿੰਦੇ ਚਲੋ ਸਾਧਾ ਤੂੰ ਵੀ ਕੰਮ ਕਰ ਵਿੱਚ। ਤਾਂ ਉਸ ਵੇਲੇ ਗੁਰੂ ਪਿਆਰਿਓ, ਉਸ ਵੇਲੇ ਕੀ ਹੋਇਆ, ਬਾਬੇ ਫਰੀਦ ਨੂੰ ਚੁਕਾਤੀ ਟੋਕਰੀ ਮਿੱਟੀ ਵਾਲੀ। ਬਾਬਾ ਫਰੀਦ ਚੁੱਪ ਕਰਕੇ ਲੱਗ ਗਿਆ। ਕਿਸੇ ਨੇ ਵੇਖਿਆ ਕਿ ਟੋਕਰੀ ਇਹਦੀ ਇੱਕ ਹੱਥ ਇੱਕ ਗਿੱਠ ਉੱਚੀ ਰਹਿੰਦੀ ਆ ਸਿਰ ਤੋਂ, ਤੁਰਿਆ ਜਾਂਦਾ ਨਾਲ ਹੀ ਟੋਕਰੀ ਤੁਰੀ ਜਾਂਦੀ ਆ। ਕਿਸੇ ਨੇ ਜਾ ਕੇ ਰਾਜੇ ਨੂੰ ਦੱਸਤਾ, ਕਹਿੰਦੇ ਯਾਰ ਆਹ ਤਾਂ ਕੋਈ ਭਗਤੀ ਵਾਲਾ ਫਕੀਰ ਲੱਗਦਾ, ਰਾਜਾ ਸਾਹਿਬ ਤੇ ਕਿਤੇ ਮਾੜੀ ਸ਼ਰਾਪ ਨਾ ਦੇ ਦੇਵੇ ਆਪਾਂ ਨੂੰ, ਇਹਦੀ ਟੋਕਰੀ ਸਿਰ ਤੇ ਲੱਗਦੀ ਕਿਉਂ ਨਹੀਂ, ਉੱਚੀ ਉੱਚੀ ਜਾਂਦੀ ਆ। ਰਾਜੇ ਨੇ ਵੇਖਿਆ ਤੇ ਰਾਜੇ ਨੇ ਆ ਕੇ ਮਾਫੀ ਮੰਗੀ, ਬਾਬਾ ਜੀ ਸਾਨੂੰ ਪਤਾ ਨਹੀਂ, ਤੁਸੀਂ ਤਾਂ ਸਾਧੂ ਹੋ, ਮਾਫੀ ਚਾਹੁੰਦੇ ਆ, ਤੁਸੀਂ ਛੱਡ ਦਿਓ ਸੇਵਾ, ਤੁਸੀਂ ਨਹੀਂ ਕਰਨੀ। ਤਾਂ ਫਿਰ ਰਾਜੇ ਨੇ ਇਸ ਨਗਰ ਦਾ ਨਾਂ ਫਰੀਦਕੋਟ ਬਾਬੇ ਫਰੀਦ ਦੇ ਨਾਂ 'ਤੇ ਰੱਖਿਆ ਸੀ। ਕਹੋ ਸਤਿਨਾਮ ਸ੍ਰੀ। ਕਿਉਂਕਿ ਸਾਧੂਆਂ ਦੇ ਬਚਨ, ਸਾਧ ਬਚਨ ਅਟਲਾ ਦਾ, ਇੱਕ ਵਾਰੀ ਸਾਧ ਦੇ ਮੂੰਹ 'ਚੋਂ ਨਿਕਲ ਗਿਆ ਫਿਰ ਉਹ ਮੁੜਦਾ ਨਹੀਂ ਹੁੰਦਾ। ਮਨੋਬਿਰਤੀਆਂ ਉੱਥੇ ਰੱਖੀਏ। ਤਾਂ ਹੁਣ ਇਹਨੂੰ ਜੇ ਕੋਈ ਕਹਿ ਦਿੰਦਾ ਤੇ ਇਹ ਕੰਮ ਕਰ ਦਿੰਦਾ, ਸੇਵਾ ਕਰ ਦਿੰਦਾ। ਭੋਜਨ ਖਾਏ ਕਰਤ ਰਹਿ ਪਿਆਰਾ ਸਤਨਾਮ ਤਿਸ ਦਿਨ ਪੁਰ ਧਾਰਾ। ਸਤਨਾਮ ਦਾ ਜਾਪ ਕਰਦਾ, ਜੇ ਕੋਈ ਸੇਵਾ ਕਹਿ ਦਿੰਦਾ ਕਰੀ ਜਾਂਦਾ, ਕੰਮ ਕਰੀ ਜਾਂਦਾ। ਪਰ ਜਹਾਂ ਕਹੈ ਬਾਕ ਉਚਾਰਾ ਤਤਕਾਲ ਸਫਲਿਓ ਬਹੁ ਬਾਰਾ। ਤੇ ਜਿੱਥੇ ਇਹਨੇ ਕੋਈ ਬਚਨ ਕਰਤਾ ਤੇ ਤੀਰ ਦੀ ਨਿਆਈ ਸਿੱਧਾ ਲੱਗਦਾ, ਉਹ ਟਲਦਾ ਨਹੀਂ। ਕਹਿੰਦੇ ਘਰ ਵਸਿਓ ਪ੍ਰਥਮ ਹੀ ਵਿਆਹ ਤਵੈ ਤ੍ਰੈ ਸੁਤ ਜਨਮੇ ਨਿਜ ਘਰ ਮਾਹ। ਇਹ ਗੋਦੜੀ ਇਹਦਾ ਵਿਆਹ ਵੀ ਹੋਇਆ ਸੀਗਾ ਔਰ ਗੋਦੜੀ ਦੇ ਘਰ 3 ਪੁੱਤਰ ਪੈਦਾ ਹੋਏ ਸੀ। ਇੱਕ ਦਿਨ ਗਇਓ ਗ੍ਰਾਮ ਕਿਸ ਔਰ ਇੱਕ ਰਾਹਕ ਖੇਤਨ ਕੋ ਠਾਉਰ। ਇੱਕ ਦਿਨ ਕਹਿੰਦੇ ਚੱਲਦਾ ਫਿਰਦਾ ਕਿਸੇ ਪਿੰਡ ਚਲਿਆ ਗਿਆ, ਖੇਤਾਂ ਦੇ ਵਿੱਚ ਇੱਕ ਜ਼ਿਮੀਂਦਾਰ ਨੇ ਸੱਦ ਲਿਆ, ਕਹਿੰਦੇ ਉਰੇ ਆ ਬਾਬਾ, ਇੱਥੇ ਵਾਢਣ ਕੋ ਦੇਉ ਲਗਾਈ ਸਭ ਬਾਸਰ ਲੋਕਾਰ ਕਮਾਈ। ਕਹਿੰਦਾ ਮੇਰੀ ਇਹ ਕਣਕ ਵਢਾ ਦੇ, ਫਸਲ ਵਢਾ ਦੇ। ਲੱਗ ਗਿਆ, ਵੱਢੀ ਗਿਆ ਸਾਰਾ ਦਿਨ। ਖਾਨ ਪਾਨ ਕੀ ਖਬਰ ਨ ਲੀਨੀ ਸੰਧਿਆ ਭਰੀ ਜਾਟ ਮਨ ਚੀਨੀ। ਸਾਰਾ ਦਿਨ ਫਸਲ ਵੱਢੀ ਗਿਆ, ਜੱਟ ਨੇ ਉਹਨੂੰ ਪ੍ਰਸ਼ਾਦਾ ਵੀ ਨਾ ਪੁੱਛਿਆ, ਤੜਕੇ ਦਾ ਲਾਇਆ। ਆਥਰੇ ਉਹਦੇ ਯਾਦ ਆਇਆ, ਯਾਰ ਕਹਿੰਦੇ ਰੋਟੀ ਰੋਟੀ ਫੜਾਈ ਨਹੀਂ ਉਹਨੂੰ। ਕਹਿਓ ਚੱਲਿਓ ਅਬ ਖਿਚੜੀ ਦਾ ਹੈ ਭਲੀ ਭਾਂਤ ਕੋ ਕਹ ਤ੍ਰਿਪਤ ਹੈ। ਆਥਰੇ ਕਹਿੰਦਾ ਚੱਲ ਬਾਬਾ ਘਰੇ ਚੱਲਦੇ ਆ, ਤੈਨੂੰ ਖਿਚੜੀ ਖਵਾਉਣੇ ਆ ਰਜਾ ਕੇ। ਗੋਦੜੀਆ ਬੋਲਿਓ ਰਿਸ ਹੋਈ ਵਾਢਣ ਦੇਹੋ ਭਲੀ ਦਿਲ ਮੋਹੀ। ਗੋਦੜੀਆ ਕਹਿੰਦਾ ਨਹੀਂ ਨਹੀਂ, ਕਹਿੰਦਾ ਮੈਨੂੰ ਚੰਗੀ ਤਰ੍ਹਾਂ ਵਾਢੀ ਦੇਣ ਦੇ। ਤਬ ਤੇ ਭਇਓ ਜਾਟ ਦੁਖਿਆਰਾ ਹਾਏ ਹਾਏ ਕਰ ਊਚ ਪੁਕਾਰਾ। ਬਸ ਇੰਨਾ ਬਚਨ ਕਹਿਣ ਤੇ ਉਹ ਜੱਟ ਦੇ ਦਰਦ ਹੋਣ ਲੱਗ ਪਿਆ ਢਿੱਡ ਵਿੱਚ, ਹਾਏ ਹਾਏ ਕਰਨ ਲੱਗ ਪਿਆ। ਲੋਕਨ ਕਹਿਓ ਮਹਾ ਅਜਮਤੀ ਤਿਸ ਤੇ ਕਾਰ ਕਰਾਵਤ ਅਤੀ। ਔਰ ਪਿੰਡ ਵਾਲੇ ਕਹਿੰਦੇ ਓਏ ਭਲਿਆ ਮਾਨਸਾ, ਉਹ ਸਾਧ ਰੂਪ ਬੰਦਾ ਹੈ ਤੇ ਤੂੰ ਉਹਨੂੰ ਜਿਉਂ ਤੜਕੇ ਦਾ ਲਾਇਆ ਕਣਕ ਵੱਢਣ ਤੇ ਮੁੜ ਕੇ ਉਹਦੀ ਖਬਰ ਨਹੀਂ ਲਈ, ਪ੍ਰਸ਼ਾਦਾ ਵੀ ਨਹੀਂ ਪੁੱਛਿਆਗਾ। ਇਹ ਤੂੰ ਇੰਨਾ ਧੱਕਾ ਕੀਤਾ ਉਹਦੇ ਨਾਲ ਤੇ ਹੁਣ ਉਹਨੇ ਕਹਿਦਾ ਮੈਨੂੰ ਚੰਗੀ ਤਰ੍ਹਾਂ ਵਾਢੀ ਦੇਣ ਦੇ ਤੇ ਵੱਢਿਆ ਗਿਆ। ਤਿਸ ਕੋ ਦਦੀ ਖੁਲਾਵੋ ਹੱਥ ਜੋੜ ਬਿਨਤੀ ਬਖਸ਼ਾਵੋ। ਐਂ ਕਰੋ ਉਹਨੂੰ ਖਿਚੜੀ ਦਹੀਂ ਪਾ ਕੇ ਖਵਾਓ
ਖਿਚੜੀ ਨਾਲ ਦਹੀਂ ਦੇ ਦਿਓ, ਠੰਡਾ ਹੋ ਜਾਊਗਾ, ਸ਼ਾਂਤ ਹੋ ਜਾਊਗਾ, ਤੇ ਮਾਫੀ ਮੰਗ ਲਓ ਉਸ ਤੋਂ। ਜਾਟ ਮਾਤ ਦਦ ਮਿਰਚਾਂ ਪਾਈ, ਧਰ ਆਗੇ ਸਭ ਦਈ ਖਵਾਈ। ਉਹ ਜ਼ਿਮੀਂਦਾਰ ਕਹਿੰਦਾ ਬੇਬੇ ਇਹਨੂੰ ਦਹੀਂ ਖਵਾ ਦੇ। ਉਹ ਬੇਬੇ ਨੇ ਦਹੀਂ ਵਿੱਚ ਮਿਰਚਾਂ ਪਾਤੀਆਂ, ਮਿਰਚਾਂ ਕਿਤੇ ਵੱਧ ਪੈ ਗਈਆਂ। ਬਹੁ ਚਰਪਰੀ ਖਾਏ ਕਰ ਗਾਈ, ਸਰਪ ਖਾਏ ਤਤ ਛਿਨ ਤੁਜ ਮਾਈ। ਕਹਿੰਦਾ ਤੇਰੇ ਲੜਜੇ ਸੱਪ ਮਾਈ, ਇੰਨੀਆਂ ਮਿਰਚਾਂ ਪਾਈਆਂ। ਕਹੋ ਸਤਨਾਮ ਸੀ। ਵਾਹਿਗੁਰੂ। ਸਰ ਜੇ ਬੋਲੇ ਸਹਿਜ ਸੁਭਾਏ ਸਾਧਕਾ ਬੋਲਿਆ ਬਿਰਥਾ ਨਾ ਜਾਏ। ਕਹਿੰਦਾ ਇੰਨੀਆਂ ਤੇਜ਼ ਮਿਰਚਾਂ ਲੜਜੇ ਸੱਪ। ਰਾਤ ਮੇਟ ਦੇਖੈ ਦੋਨੋਂ ਮਰ ਗਏ, ਰਾਤ ਉਠਿਓ ਕਿਤਹੁ ਗਮ ਨਹੀਂ। ਔਰ ਉਹ ਮਾਈ ਸੱਪ ਲੜ ਕੇ ਮਰ ਗਈ, ਉਹ ਜ਼ਿਮੀਂਦਾਰ ਵੀ ਮਰ ਗਿਆ ਪੇਟ ਦੇ ਸੂਲ ਨਾਲ। ਕੇਤਕ ਦਿਆਸਨ ਫਿਰ ਬਹੁ ਥਾਈ, ਘਰ ਪਹੁੰਚਿਓ ਪੁਨ ਸਹਿਜ ਸੁਭਾਈ। ਘੁੰਮਦਾ ਘਮਾਉਂਦਾ ਭਾਈ ਗੋਦੜੀਆ ਕਹਿੰਦੇ ਆਪਦੇ ਘਰੇ ਚਲਿਆ ਗਿਆ ਇੱਕ ਦਿਨ। ਜੋ ਕਹਿ ਦੇਤ ਸੁਕਾਰ ਕਮਾਵੈ, ਜਪਜੀ ਪੜੈ ਗੁਰੂ ਗੁਰ ਧਿਆਵੈ। ਔਰ ਜਪਜੀ ਸਾਹਿਬ ਦਾ ਪਾਠ ਕਹਿੰਦੇ ਬਹੁਤ ਕਰਦਾ ਹੈ। ਗੁਰੂ ਪਿਆਰਿਓ ਸ਼ਕਤੀ ਆ ਜਾਂਦੀ ਹੈ, ਫਿਰ ਉਸ ਨੂੰ ਵਰਤਣ ਦੇ ਬਾਰੇ ਪਤਾ ਨਹੀਂ ਲੱਗਦਾ ਕਈ ਵਾਰੀ, ਕਿਉਂਕਿ ਇੱਥੇ ਸਿਆਣ ਪਤਾ ਚੱਲਦੀ ਨਹੀਂ। ਉਹ ਸ਼ਕਤੀ ਅੰਦਰ ਆ ਜਾਂਦੀ ਹੈ, ਜਿਹੜਾ ਬਚਨ ਮੂੰਹ ਚੋਂ ਨਿਕਲਦਾ ਉਹ ਪੂਰਾ ਹੋ ਜਾਂਦਾ ਹੈਗਾ। ਇਹ ਘਰੇ ਆ ਗਿਆ ਕਹਿੰਦੇ ਇੱਕ ਦਿਨ ਘੁੰਮਦਾ ਘਮਾਉਂਦਾ ਆਪਦੇ ਪਿੰਡ। ਇੱਕ ਦਿਨ ਖੇਤ ਵਿਖੇ ਚਲ ਆਇਓ, ਸਰਸੋਂ ਹੁਤੀ ਉਖਾਰਨ ਲਾਇਓ। ਤੇ ਇਹਦੇ ਬੱਚਿਆਂ ਨੇ ਸਰੋਂ ਬੀਜੀ ਸੀਗੀ, ਇਹਦੇ ਪਰਿਵਾਰ ਨੇ ਸਰੋਂ ਬੀਜੀ ਸੀਗੀ, ਤੇ ਇਹਨੂੰ ਕਹਿੰਦੇ ਚੱਲ ਬਾਪੂ ਸਰੋਂ ਪਟਾ ਦੇ। ਮੇਰਿਓ ਸਾਧ ਬੂਝਿਓ ਕਹਾ ਕਰੈ, ਕਿਆ ਕਰੈ ਕਿਸ ਪਰਚੇ ਮਹਿ ਚਿਤ ਕਉ ਤਰੈ। ਕੋਲੋਂ ਕੋਈ ਸਾਲ ਟੱਪਿਆ ਜਾਂਦਾ ਸੀਗਾ, ਉਹਨੂੰ ਵੀ ਵੇਖਿਆ ਵੀ ਗੋਦੜੀਆ ਸਰੋਂ ਪੱਟਣ ਲੱਗਿਆ ਪਿਆ। ਆਪਾਂ ਕਈ ਵਾਰੀ ਫੇਰ ਹੀ ਪੁੱਛ ਲੈਂਦੇ, ਦਿਸਦਾ ਹੁੰਦਾ ਵੀ ਕੀ ਕਰਦਾ। ਉਹ ਕੀ ਕਰਦੇ ਹੋ ਭਾਈ ਸਾਹਿਬ, ਨਾਲ ਦਿਸਦਾ ਹੁੰਦਾ। ਉਹ ਸਾਧ ਨੇ ਵੀ ਪੁੱਛ ਲਿਆ, ਕਹਿੰਦੇ ਗੋਦੜੀਆ ਕੀ ਕਰੀ ਜਾਨਾ ਹੈ। ਬੋਲਿਓ ਜਰਾ ਉਖਾਰਿਓ ਆਛੀ, ਪੁਨ ਲਗਵੇ ਕਹ ਨਾਹਿਨ ਬਾਛੀ। ਕਹਿੰਦਾ ਜੜਾਂ ਪੱਟਦਾ ਚੰਗੀ ਤਰ੍ਹਾਂ ਜਿਹੜੀਆਂ ਦੁਬਾਰੇ ਲੱਗਣ ਨਾ, ਕਿਉਂਕਿ ਸਰੋਂ ਵੀ ਜੜੋਂ ਪੱਟੀ ਜਾਂਦੀ ਸੀ, ਪਰ ਬਚਨ ਚੱਲ ਗਿਆ ਘਰ ਕੰਨੀ। ਕਹੋ ਸਤਨਾਮ ਸੀ। ਕਹਿੰਦਾ ਜੜਾਂ ਪੱਟਦਾ ਚੰਗੀ ਤਰ੍ਹਾਂ ਜਿਹੜੀਆਂ ਦੁਬਾਰੇ ਲੱਗਣ ਨਾ। ਦਿਓ ਸਾਧ ਕੋ ਜਬੈ ਗਮਨ, ਜਥੋ ਚਿਤ ਕੀਨ ਸਤਵੈ। ਔਰ ਸਾਧ ਨੂੰ ਇਹ ਗੱਲ ਕਹਿ ਕੇ ਚਲਿਆ ਗਿਆ। ਤ੍ਰੈ ਨੰਦਨ ਪੁਰਬ ਜਨਮਈ, ਪਾਈ ਬਚਨ ਤਬ ਸਭ ਮਰ ਗਏ। ਘਰੇ ਇਹਦੇ ਤਿੰਨੇ ਪੁੱਤਰ ਮਰ ਗਏ, ਜੜਾਂ ਹੀ ਪੱਟੀਆਂ ਗਈਆਂ। ਕਹੋ ਸਤਨਾਮ। ਕਿਉਂਕਿ ਸਾਧਾਂ ਵਾਸਤੇ ਆਪਦੇ ਤੇ ਬਾਹਰਲੇ ਬਰਾਬਰੀ ਹੁੰਦੇ ਆ। ਛੇਵੇਂ ਪਾਤਸ਼ਾਹ ਦੀ ਗੱਲ ਯਾਦ ਕਰੋ ਖਾਂ, ਬੀਬੀ ਵੀਰੋ ਦਾ ਵਿਆਹ ਰੱਖਿਆ ਹੋਇਆ, ਸੰਗਤ ਆ ਗਈ, ਦੁਪਹਿਰ ਦਾ ਸਮਾਂ, ਸਵੇਰ ਦਾ ਪ੍ਰਸ਼ਾਦਾ ਮਸਤ ਹੋ ਗਿਆ, ਸ਼ਾਮ ਦਾ ਬਣਿਆ ਨੀਗਾ। ਲਾਂਗਰੀ ਕਹਿੰਦੇ ਜੀ ਸੰਗਤ ਭੁੱਖੀ ਹੈ, ਇਹਨੂੰ ਕੀ ਛਕਾਈਏ। ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿਣ ਲੱਗੇ ਵੀ ਘਰੇ ਲੱਡੂ ਬਣੇ ਪਏ ਆ ਵੀਰੋ ਦੇ ਵਿਆਹ ਦੇ, 2 ਟੋਕਰੇ ਲੱਡੂਆਂ ਦੇ ਭਰ ਲਿਓ। ਤੇ ਸਿੱਖ ਲੈ ਕੇ ਟੋਕਰੇ ਘਰੇ ਲੱਡੂ ਲੈਣ ਗਏ। ਅੱਗੇ ਮਾਤਾ ਦਮੋਦਰੀ ਜੀ ਬੈਠੇ ਆ, ਮਾਤਾ ਦਮੋਦਰੀ ਦੀ ਇਹ ਪੁੱਤਰੀ ਆ। ਲੱਡੂਆਂ ਦਾ ਕੋਠਾ ਭਰਿਆ ਪਿਆ। ਸਿੱਖ ਕਹਿੰਦੇ ਮਾਤਾ ਜੀ ਲੱਡੂ ਲੈ ਕੇ ਜਾਣੇ ਸੀਗੇ। ਕਾਹਦੇ ਵਾਸਤੇ ਭਾਈ? ਮਾਤਾ ਜੀ ਨਵੀਂ ਸੰਗਤ ਆਈ ਆ, ਉਹਨੂੰ ਭੁੱਖ ਲੱਗੀ ਆ, ਰੋਟੀ ਹੈ ਨਹੀਂ ਸੀ, ਇਸ ਕਰਕੇ ਬਾਬਾ ਜੀ ਨੇ ਭੇਜਿਆ ਵੀ ਲੱਡੂ ਲੈ ਕੇ ਜਾਣੇ। ਨਾ ਨਾ ਭਾਈ, ਇਹ ਲੱਡੂ ਤਾਂ ਪਹਿਲਾਂ ਬਰਾਤ ਨੂੰ ਛਕਾਉਣੇ ਆ। ਨਹੀਂ, ਜਵਾਬ ਦੇ ਤਾਂ ਖਾਲੀ ਆ ਗਏ ਟੋਕਰੇ ਲੈ ਕੇ। ਪਾਸ਼ਾ ਕਹਿੰਦੇ ਲਿਆਏ ਨਹੀਂ ਜੀ। ਮਾਤਾ ਜੀ ਕਹਿੰਦੇ ਪਹਿਲਾਂ ਬਰਾਤ ਨੂੰ ਛਕਾਉਣੇ ਆ, ਇਹ ਝੂਠੇ ਹੋ ਜਾਣਗੇ। ਪਾਤਸ਼ਾਹ ਕਹਿੰਦੇ ਜੇ ਸੰਗਤ ਨਹੀਂ ਛਕ ਸਕਦੀ ਫਿਰ ਬਰਾਤ ਵੀ ਨਹੀਂ ਖਾ ਸਕਦੀ, ਤਾਂ ਮੁਗਲਾਂ ਦੇ ਪੈਰਾਂ ਹੇਠਾਂ ਰੋਲਣਗੇ। ਕਹੋ ਸਤਨਾਮ ਸੀ। ਐਸਾ ਹੀ ਹੋਇਆ। ਪਹਿਲਾ ਜੰਗ ਬਾਜ ਪਿੱਛੇ ਫਿਰ ਹੋਇਆ। ਲੋਹਗੜ੍ਹ ਦੇ ਆਲੇ ਪਾਸਿਓ ਮੁਗਲ ਚੜ੍ਹ ਕੇ ਆਏ ਤੇ ਸਤਿਗੁਰੂ ਪਾਤਸ਼ਾਹ ਨੂੰ ਆ ਕੇ ਸਿੱਖਾਂ ਨੇ ਦੱਸਿਆ, ਅੱਧੀ ਰਾਤ ਨੂੰ ਮਹਾਰਾਜ ਲੱਗਦਾ ਕਿ ਮੁਗਲ ਚੜ੍ਹ ਕੇ ਆ ਰਹੇ ਨੇ। ਬਾਜ ਪਿੱਛੇ ਸ਼ਾਹਜਹਾਂ ਦਾ ਬਾਜ ਰੱਖ ਲਿਆ ਸੀ ਪਾਤਸ਼ਾਹ ਨੇ, ਉਹਦੇ ਪਿੱਛੇ ਲੜਾਈ ਹੋਈ ਸੀ। ਕਹਿੰਦੇ ਫਿਰ ਕਹਿੰਦੇ ਕਿਵੇਂ ਕਰੀਏ? ਕਹਿੰਦੇ ਲੜਾਈ ਕਰੋ ਲੋਹਗੜ੍ਹ ਦੇ ਕੋਲੇ ਜਾ ਕੇ। ਕਹਿੰਦੇ ਜੀ ਉਹਨਾਂ ਕੋਲ ਤਾਂ ਲੱਗਦਾ ਤੋਪਾਂ। ਕਹਿੰਦੇ ਫਿਰ ਕੀ ਹੋ ਗਿਆ? ਆਪਣੀ ਤੋਪ ਪਈ ਆ ਉੱਥੇ। ਕਿਹੜੀ ਤੋਪ? ਉਹ ਤੂਤ ਦਾ ਮੋਸ਼ਾ ਜਾਂ ਨਹੀਂ ਪਿਆ ਵਿੱਚ ਮੋਰਾ, ਉਸ ਦੇ ਥੋਥਾ ਹੋਇਆ ਵੈ। ਹਾਂ ਜੀ, ਉਹਦੇ ਵਿੱਚ ਰੇਤਾ ਡਲੇ ਪਾ ਕੇ ਪਿੱਛੇ ਅੱਗ ਲਾ ਦਿਆ ਕਰੋ, ਉਹ ਤੋਪ ਹੀ ਬਣ ਜਾਊਗਾ। ਕਹੋ ਸਤਨਾਮ। ਐਸਾ ਹੀ ਹੋਇਆ। ਉਹ ਤੋਪ ਦੇ ਵਾਂਗੂ ਚੱਲਿਆ। ਉਹ ਮੋਸ਼ਾ ਹਜੇ ਵੀ ਉੱਥੇ ਸਾਂਭ ਕੇ ਰੱਖਿਆ ਹੋਇਆ ਗੁਰਦੁਆਰਾ ਲੋਹਗੜ੍ਹ ਸਾਹਿਬ ਵਿਖੇ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਤੋ ਕਹਿਣ ਤੋਂ ਭਾਵ ਹੈ ਸਾਧ ਨਾ ਕਿਸੇ ਨਾਲ ਦੋਸਤੀ ਕਰਦੇ ਆ, ਨਾ ਮਿੱਤਰਤਾ ਕਰਦੇ ਆ, ਨਾ ਦੁਸ਼ਮਣੀ ਹੁੰਦੀ ਹੈ। ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਵੈਰ। ਇਹ ਤਾਂ ਜੋ ਸਹਿ ਸੁਭਾਅ ਨਿਕਲ ਗਿਆ ਨਿਕਲ ਗਿਆ। ਤੇ ਇੱਧਰ ਕਹਿੰਦੇ ਗੋਦੜੀਏ ਦੇ
ਤਿੰਨੇ ਪੁੱਤਰ ਘਰੇ ਗੁਜ਼ਰ ਗਏ ਹਨ। ਅਰਖ ਨ ਸ਼ੋਕ ਲੇਸ਼ ਜਿਸ ਮਨ ਮੈਂ, ਹੇਮ ਧੂਲ ਇੱਕ ਸਮ ਕਰ ਬਨ ਮੈਂ। ਐਸੇ ਰੱਬ ਦੇ ਪਿਆਰੇ, ਨਾ ਖੁਸ਼ੀ ਨਾ ਗਮੀ, ਲੇਸ਼ ਮਾਤਰ ਵੀ। ਗੁਰ ਆਗਮਨ ਸੁਨਿਓ ਹਰਿ ਖਾਇਓ, ਸਹਿਜ ਸੁਭਾਇਕ ਵਿਚਰਤ ਆਇਓ। ਜਿਨ੍ਹਾਂ ਦੇ ਵਾਸਤੇ ਹੇਮ ਧੂਲ, ਹੇਮ ਸੋਨਾ ਹੁੰਦਾ, ਧੂਲ ਮਿੱਟੀ ਹੁੰਦੀ ਹੈ। ਸੋਨਾ ਮਿੱਟੀ ਜਿਨ੍ਹਾਂ ਦੇ ਵਾਸਤੇ ਬਰਾਬਰ ਹੁੰਦਾ, ਕੋਈ ਫਰਕ ਨਹੀਂ ਹੁੰਦਾ। ਇਧਰ ਸਤਿਗੁਰੂ ਪਾਤਸ਼ਾਹ ਜੀ ਦਾ ਆਉਣ ਦਾ ਪਤਾ ਲੱਗਿਆ ਗੋਦੜੀਏ ਨੂੰ, ਤੇ ਗੋਦੜੀ ਨੂੰ ਜਦ ਪਤਾ ਲੱਗਿਆ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਆਏ ਹੋਏ ਨੇ, ਤੇ ਆਪਣੇ ਘਰੋਂ ਚੱਲ ਕੇ ਤਲਵੰਡੀ ਆਇਆ ਹੈ। ਦਰਸ਼ਨ ਕਰਤ ਬਿਲੰਦ ਆਨੰਦਿਓ, ਪਾਦ ਅਰਬਿੰਦ ਪੁਨ ਹੈ ਪੁਨ ਬੰਦਿਓ। ਔਰ ਗੁਰੂ ਗੋਬਿੰਦ ਸਿੰਘ ਜੀ ਦੇ ਆ ਕੇ ਦਰਸ਼ਨ ਕਰਦਾ, ਨਮਸਕਾਰ ਕਰਦਾ, ਬਾਰ-ਬਾਰ ਮੱਥੇ ਟੇਕਦਾ। ਗੁਰੂ ਪਾਤਸ਼ਾਹ ਵੀ ਖੁਸ਼ ਹੋਏ ਇਸ ਨੂੰ ਮਿਲ ਕੇ, ਇਹ ਵੀ ਖੁਸ਼ ਹੋਇਆ। ਅੱਗੇ ਕੀ ਹੋਇਆ ਇਹ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਕੱਲ ਤੋਂ ਸਮਾਂ ਬਦਲਾਂਗੇ, 4:30 ਤੋਂ 5:15 ਵਜੇ ਤੱਕ ਕਥਾ ਹੋਵੇਗੀ। ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਿਚਾਰਾਂ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗ, ਹੇ ਪੂਰਨ ਹੈ ਸਰਬ ਮੈਂ, ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ, ਹੇ ਗੋਬਿੰਦ ਹੈ ਗੁਣ ਨਿਧਾਨ, ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਪੀਹੋ ਬਨਹਾਰ। ਹੇ ਸੰਤਾ ਕੈ ਸਦਾ ਸੰਗ, ਆਧਾਰ। ਹੇ ਠਾਕੁਰ ਹਉ ਦਾਸਰੋ, ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ। ਕੀਐ ਪਰੋਈ, ਆਏ ਪ੍ਰਭ ਸ਼ਰਨਾਗਤੀ, ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਏਕ ਓੰਕਾਰ ਸਤਿਗੁਰੂ, ਪ੍ਰਸਾਦ ਸਚ ਹੋਈ। ਵਾਹਿਗੁਰੂ ਜੀ ਕੀ ਫਤਿਹ ਹੈ। ਨਾਸਨ ਸੋਈ, ਵਾਹਿਗੁਰੂ ਜੀ ਕੀ ਫਤਿਹ ਹੈ। ਨਾਸਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।